तेह प्रसाद सच होए। वाहिगुरु जी की फतेह। विघन विनाशन सोए। वाहिगुरु जी की फतेह। विघन विनाशन सोए। सतनाम श्री वाहिगुरु साहिब जी। सुख हित मानव शीघ्र पठायो। सुनकार को हट कर आयो। हाथ जोड़ कर जग जानी। बरतै देव गुरु की पारी। सुध हित मानव शीघ्र पठायो। वाहिगुरु जी का खालसा वाहिगुरु जी की फतेह। दसां पातशाहियां दी जोत पतत पावन भगत बंशल दीन दयाल मेहरबान अंतरजामी सड़ते बलते संसार दे विच ठंड वरताउण वाले सतगुरु तख्त माहे ठंड वरताई। ठंड भया दुख नाटेगा। धन धन श्री गुरु ग्रंथ साहिब जी महाराज। सतगुरां दी अपर अपार कृपा रहमत दा सदका जगत गुरु धन धन श्री गुरु नानक देव साहिब जी महाराज। सतगुरां दे पावने अस्थान सचखंड दरबार गुरुद्वारा श्री बेर साहिब जी विखे सजे हुए सुंदर दीवान की हाजरी भर रही गुरु की साजी नवाजी हुई साध संगत जी। सतगुरां ने कृपालता दयालता की है। सानू अपने दर्शन बख्शिश किए। सत संगत दीआं घड़ियां प्रदान कीतियां। ये महाराज साहब जी का तरस होया। तरस पया मेहरामत होई। सतगुर सज्जन मिलिया। नानक नाम मिले तां जीवा। तन मन थीवै हरिया। सतगुरु जी के पावन पवित्र स्थान से सतगुरु जी की बख्शिश का सदका महाराज साहब जी के 10वें स्वरूप धन श्री गुरु गोबिंद सिंह महाराज सच्चे पातशाह जी के पवित्र इतिहास की कथा चल रही है। गुरु की संगत जी जोत वही है जुगत वही है। महाराज साहब जी ने शरीर ही बदलिया। इको ही जोत दसां स्वरूपों के विच वरती है। जोत रोहा जुगत सारे सहकाया फेर पलट। ये वचन आप कई बारी पढ़े कई बारी सुने साध संगत अमृत बाणी के अंदर। ये रामपली की तीसरी वार के वचन आते। गुरु घर के बाबियां के उच्चारण किए हुए तो रागी सिखां के उच्चारण किए हुए तो जो दोहा जुगत सारे सहकाया फेर पलट। इको ही जो पर ये निश्चा बनना एक गुरु की कृपा हो तो ना ही निश्चा बन सकता। कि जोत नहीं बदली। इको ही जोत परमेश्वर की जोत अकाल पुरख वाहिगुरू की जोत
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜਾ ਜੋਗ ਰੂਪ ਹਰਿਆ ਗੁਰੂ ਨਾਨਕ ਕਹਾਇਆ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਫਿਰ ਕੀਆ। ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮਨ ਜੀ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਥ ਪ੍ਰਮਾਣ ਪੁਰਖ ਗੁਰ ਅਰਜੁਨ ਵਿਖੋ ਨੈਣ। ਇਹ ਆਪਾਂ ਬਚਨੇ ਪੜ੍ਹਦੇ ਹਾਂ, ਭੱਟ ਸਾਹਿਬਾਨਾਂ ਦੀ ਰਸਨਾ ਦੇ ਉਚਾਰਨ ਕੀਤੇ ਹੋਏ ਕਿ ਉਹ ਹੀ ਜੋਤ ਪ੍ਰਭੂ ਦੀ ਜੋਤ ਇਹ ਸਾਰੇ ਸਰੂਪਾਂ ਦੇ ਵਿੱਚ ਵਰਤੀ ਹੈ। ਪਰ ਇਹਦੇ ਤੇ ਨਿਸ਼ਚਾ ਆਉਣਾ, ਗੁਰੂ ਦੀ ਕਿਰਪਾ ਹੋਵੇ ਤੇ ਤਾਂ ਨਿਸ਼ਚਾ ਆਉਂਦਾ। ਇਹ ਬਚਨ ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਵੀ ਉਚਾਰਨ ਕੀਤੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਨਾਵੇਂ ਪਾਤਸ਼ਾਹ ਤੀਕ 9 ਪਾਤਸ਼ਾਹੀਆਂ ਦਾ ਜ਼ਿਕਰ ਕਰਦੇ ਮਹਾਰਾਜ ਨੇ ਆਖਿਆ ਕਿ ਕਈਆਂ ਨੇ ਭਿੰਨ ਭਿੰਨ ਕੇ ਜਾਣਿਆ ਸਤਿਗੁਰ, ਵੱਖਰਾ ਵੱਖਰਾ ਕਰਕੇ ਜਾਣਿਆ। ਜਿਸ ਨੇ ਇੱਕ ਰੂਪ ਸਮਝਿਆ ਕਲਿਆਣ ਉਸ ਨੂੰ ਪ੍ਰਾਪਤ ਹੋਈ, ਮੁਕਤੀ ਉਸ ਨੂੰ ਪ੍ਰਾਪਤ ਹੋਈ। ਕਈ ਤੇ ਵੱਖਰਾ ਵੱਖਰਾ ਹੀ ਸਮਝਦੇ, ਕਈ ਐਸੇ ਵੀ ਆ ਉਹ ਕਹਿੰਦੇ ਆ ਕਿ ਆਹ ਗੁਰੂ ਸਾਹਿਬ ਜੀ ਠੰਡੇ ਆ ਤੇ ਆਹ ਗੁਰੂ ਸਾਹਿਬ ਜੀ ਗਰਮ ਆ। ਕਈ ਤੱਤੇ ਠੰਡੇ ਵੀ ਦੱਸਦੇ ਰਹਿੰਦੇ, ਉਹ ਵੱਖਰਾ ਹੀ ਸਮਝਦੇ ਹਨ। ਉਹ ਕਹਿੰਦੇ ਅਸੀਂ ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੇਵਕ ਹਾਂ। ਤੇ ਪੁੱਛਣ ਵਾਲਾ ਗੁਰਸਿੱਖ ਪੁੱਛਦਾ ਵੀ ਕੀ ਤੁਸੀਂ 6ਵੇਂ ਪਾਤਸ਼ਾਹ ਦੇ ਸੇਵਕ ਨਹੀਂ? ਕਹਿੰਦੇ ਨਹੀਂ ਜੀ, ਉਹਨਾਂ ਨੇ ਤਾਂ ਕਿਰਪਾਨਾਂ ਫੜ ਦੇਣਾ। ਐਸੇ ਹੈ ਕਈ ਐਸੇ, ਉਹ ਪਹਿਲੇ ਸਰੂਪ ਕਈ ਉੱਥੇ ਹੀ ਖਲੋ ਗਏ। ਕਈਆਂ ਸ਼ਹਿਰਾਂ ਦੇ ਵਿੱਚ ਐਸੇ ਗੁਰਸਿੱਖ ਹੈਗੇ ਹਨ। ਕੁਝ ਸਿੰਧ ਦੇ ਵਿੱਚੋਂ ਆਏ ਸਿੰਧੀ ਸਿੱਖ ਵੀ ਇਹਨਾਂ ਨੂੰ ਕਿਹਾ ਜਾਂਦਾ। ਉਹ ਮਹਾਰਾਜ ਤੇ ਬਹੁਤ ਸ਼ਰਧਾ ਰੱਖਦੇ ਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਪਰ ਅੱਗੇ ਉਹ ਕਹਿੰਦੇ ਵੀ ਅੱਗੇ ਤੇ ਜੰਗ ਯੁੱਧ ਕਹਿੰਦੇ ਚੱਲਦੇ ਆ ਤੇ ਨਿਬਰਾਰਾ ਕੰਮ 10ਵੇਂ ਪਾਤਸ਼ਾਹ ਵੀ ਵੱਖਰਾ ਵੱਖਰਾ ਵਖਰੇਵਾ ਨਹੀਂ, ਇੱਕੋ ਹੀ ਸਿਧਾਂਤ ਆ ਗੁਰੂ ਸਾਹਿਬਾਂ ਦਾ, ਇੱਕੋ ਹੀ ਜੋਤ ਆ, ਇੱਕੋ ਹੀ ਸਾਰਾ ਨਿਯਮ ਹੈ। ਪਰ ਫਿਰ ਵੀ ਵੱਖਰਾ ਵੱਖਰਾ ਸਮਝਿਆ ਜਾਂਦਾ। ਦਸ਼ਮੇਸ਼ ਪਾਤਸ਼ਾਹ ਨੇ ਆਖਿਆ ਇਹ ਜਿਨ੍ਹਾਂ ਨੇ ਇੱਕ ਰੂਪ ਕਰਕੇ ਜਾਣਿਆ ਉਹਨਾਂ ਨੇ ਸਿੱਧੀ ਪ੍ਰਾਪਤ ਕੀਤੀ, ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ। ਜਿਵੇਂ ਸਾਧ ਸੰਗਤ ਜੀ ਆ ਕੁਝ ਦਿਨ ਪਹਿਲਾਂ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਸ੍ਰੀ ਮੰਜੀ ਸਾਹਿਬ ਕਥਾ ਕਰਦਿਆਂ ਹੋਇਆ ਆਨੰਦ ਸਾਹਿਬ ਬਾਣੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਇੱਕ ਵਚਨ ਕਿਹਾ। ਉਹ ਕਹਿੰਦੇ ਕਿ 38 ਪੌੜੀਆਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਤੇ 39ਵੀਂ ਪੌੜੀ ਆਨੰਦ ਸਾਹਿਬ ਦੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਤੇ 40ਵੀਂ ਪੌੜੀ ਕਹਿੰਦੇ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ। ਇਹ ਉਹਨਾਂ ਨੇ ਵਚਨ ਕਹਿ ਦਿੱਤਾ, ਪਰ ਆਪਦੇ ਕੋਲੋਂ ਨਹੀਂ ਉਹਨਾਂ ਨੇ ਕਿਹਾ। ਇਹ ਵੀ ਗੱਲ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਉਹਨਾਂ ਨੇ ਪੜ੍ਹਿਆ ਤੇ ਤਾਂ ਇਹ ਵਚਨ ਕਿਹਾ। ਫਿਰ ਸਾਡੀਆਂ ਪੰਥ ਦੀਆਂ 2 ਟਕਸਾਲਾਂ ਸਿਰਮੌਰ ਟਕਸਾਲਾਂ ਮਹਾਰਾਜ ਦੀਆਂ ਚਲਾਈਆਂ ਹੋਈਆਂ ਟਕਸਾਲਾਂ, ਇੱਕ ਦਮਦਮੀ ਟਕਸਾਲ, ਦੂਸਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ। ਬਾਕੀ ਤੇ ਸਾਰੇ ਥੋੜੇ ਚਿਰਦੇ ਹੀ ਆ, ਮੁੱਢ ਤੇ ਇਹੀ ਆ। 10ਵੇਂ ਪਾਤਸ਼ਾਹ ਨੇ ਜੋ ਟਕਸਾਲਾਂ ਚਲਾਈਆਂ ਤੇ ਦੋਵੇਂ ਟਕਸਾਲਾਂ ਦੇ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਤੇ ਨਾਲੇ ਦੱਸੀ ਜਾਂਦੀ ਤੇ ਨਾਲੇ ਮਹਾਂਪੁਰਖ ਇਹ ਵੀ ਗੱਲ ਕਹਿੰਦੇ ਆ, ਕਹਿੰਦੇ ਭਾਈ ਭਾਵੇਂ ਤੀਜੇ ਪਾਤਸ਼ਾਹ ਨੇ ਸਾਰੀ ਬਾਣੀ ਉਚਾਰਨ ਕੀਤੀ ਹੈ, ਪਰ ਇਹ ਜ਼ਿਕਰ ਵਾ ਕਿ ਇਹ 39ਵੀਂ ਪੌੜੀ ਚੌਥੇ ਪਾਤਸ਼ਾਹ ਦੀ ਹੈ ਤੇ 40ਵੀਂ ਪੌੜੀ 5ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਆ। ਕਹਿੰਦੇ ਕਿ ਇਹਦੇ 'ਚ ਫਰਕ ਕੋਈ ਨਹੀਂ ਸਮਝਣਾ, ਜੋਤ ਤੇ ਇੱਕੋ ਹੀ ਆ ਨਾ, ਜੋਤ ਤਾਂ ਇੱਕ ਹੀ ਆ। ਜੋਤ ਵਿੱਚ ਕੀ ਵੀ ਅਸੀਂ ਫਰਕ ਸਮਝਦੇ ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਫਰਕ ਨਹੀਂ। ਪਰ ਫਿਰ ਵੀ ਕਿਤੇ ਨਾ ਕਿਤੇ ਬੈਠਾ ਹੋਇਆ ਨਾ ਖਿਆਲ ਕਿ ਵੱਖਰਾ ਵੱਖਰਾ ਜੀ ਇਹ ਸਭ ਕੁਝ ਤੇ ਕੋਈ ਵੱਡੀ ਇਹ ਐਡੀ ਦੁਬਦਾ ਵਾਲੀ ਗੱਲ ਹੈ ਨਹੀਂ ਸੀ ਜਿੱਡੀ ਇਹ ਬਣਾਈ ਜਾਂਦੀ। ਫਿਰ ਬੋਲਣ ਵਾਲਾ ਜਿਹੜਾ ਵਾ ਉਹ ਕਹਿੰਦਾ, ਜਿਹੜੇ ਇਹਦੇ ਤੇ ਕਿੰਤੂ ਪ੍ਰੰਤੂ ਕਰਦਾ, ਉਹ ਕਹਿੰਦਾ ਵੇਖੋ ਜੀ ਬਾਬੇ ਰਾਮ ਰਾਏ ਨੇ ਕਹਿੰਦੇ ਕਿ ਅੱਧਾ ਅੱਖਰ ਬਦਲਿਆ ਸੀ ਤੇ ਮਹਾਰਾਜ ਨੇ ਆਖਿਆ ਸੀ ਚਲੇ ਜਾਓ ਜਿੱਧਰ ਨੂੰ ਮੂੰਹ ਆ। ਕਹਿੰਦੇ ਇੱਥੇ ਤਾਂ ਇੰਨਾ ਕੁਝ ਬਦਲ ਦਿੱਤਾ। ਉਸ ਬੰਦੇ ਨੇ ਜਿਹੜਾ ਇਹ ਗੱਲ ਕਹਿ ਰਿਹਾ ਵਾ ਉਹਨੇ ਦੋਵੇਂ ਗੱਲਾਂ ਮੰਨਣਾ। ਜੇ ਬਾਬੇ ਰਾਮ ਰਾਏ ਵਾਲੀ ਮੰਨਦਾ ਵੀ ਜਿਸ ਗ੍ਰੰਥ ਵਿੱਚ ਕਿੱਥੋਂ ਕਹਿ ਰਿਹਾ ਕਿ ਬਾਬੇ ਰਾਮ ਰਾਏ ਨੂੰ ਕਹਿਤਾ ਮਹਾਰਾਜ ਸਾਹਿਬ ਜੀ,
ਇਸੇ ਗ੍ਰੰਥ ਦੇ ਵਿੱਚੋਂ ਕਿਹਾ ਜਾਂਦਾ ਕਿ ਇਹੋ ਹੀ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹੀਏ ਤੇ ਇਹਦੇ 'ਚ ਹੀ ਲਿਖਿਆ ਵੀ ਮਹਾਰਾਜ ਸਾਹਿਬ ਨੇ ਆਖਿਆ ਬਾਬੇ ਰਾਮ ਰਾਏ ਨੂੰ ਕਿ ਤੂੰ ਗੁਰੂ ਕੀ ਬਾਣੀ ਬਦਲੀ, ਜਿੱਧਰ ਨੂੰ ਮੂੰਹ ਉਹਨੂੰ ਚਲੇ ਜਾ। ਤੇ ਇਸੇ ਵਿੱਚ ਹੀ ਆਨੰਦ ਸਾਹਿਬ ਦੇ ਬਾਰੇ ਲਿਖਿਆ। ਫਿਰ ਜੇ ਬਾਬੇ ਰਾਮ ਰਾਏ ਦੀ ਗੱਲ ਇਹਦੇ 'ਚੋਂ ਪੜ੍ਹਨੀ ਆ ਤੇ ਆਨੰਦ ਸਾਹਿਬ ਵਾਲੀ ਵੀ ਇਹਦੇ 'ਚੋਂ ਫਿਰ ਮੰਨਣੀ ਪੈਣੀ ਆ। ਤੇ ਇਸ ਕਰਕੇ ਮਹਾਂਪੁਰਖਾਂ ਨੇ ਉਹ ਆਨੰਦ ਸਾਹਿਬ ਦੇ ਬਾਰੇ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਮਹਾਂਪੁਰਖ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹਨਾਂ ਨੇ ਵੀ ਇਹੀ ਵਿਚਾਰ ਦਿੱਤੀ ਆ ਜਿਹੜੀ ਸਿੰਘ ਸਾਹਿਬ ਨੇ ਦਿੱਤੀ। ਬਾਕੀ ਉਹ ਆ ਕਿ ਕਈਆਂ ਦਾ ਨਹੀਂ ਬਣਦਾ ਉਹਨਾਂ ਦੇ ਨਾਲ ਤਾਲਮੇਲ, ਜਿਨ੍ਹਾਂ ਦੀ ਉਹ ਗੱਲ ਤੇ ਇਹ ਹੁੰਦੀ ਹੈ ਵੀ ਜਦੋਂ ਸਲਾਹ ਮਸ਼ਵਰਾ ਰਲੇ ਨਾ, ਮਤਾ ਰਲੇ ਨਾ, ਕਿ ਤੂੰ ਸਾਨੂੰ ਆਖਿਆ ਸੀ ਇਸ ਤਰ੍ਹਾਂ ਤੇ ਅਸੀਂ ਹੁਣ ਤੈਨੂੰ ਆਖਾਂਗੇ, ਗੱਲ ਉੱਥੇ ਆ ਜਾਂਦੀ, ਉੱਥੇ ਫਿਰ ਇਹ ਦੁਬਦਾ ਬਣ ਜਾਂਦੀ। ਤੇ ਕੁਝ ਉਹ ਲੋਕ ਵਾ ਜਿਹੜੇ ਮਹਾਰਾਜ ਦੇ ਇਤਿਹਾਸ ਨੂੰ ਮੰਨਦੇ ਹੀ ਨਹੀਂ, ਉੱਕਾ ਹੀ ਨਹੀਂ ਮੰਨਦੇ, ਉਹ ਲਾਣਾ ਹੀ ਵੱਖਰਾ ਹੈ। ਉਹ ਤਾਂ ਸਿਰਫ ਇਹਦੇ ਤੇ ਕਿੰਤੂ ਪ੍ਰੰਤੂ ਹੀ ਕਰਦੇ ਆ ਜਦੋਂ ਦਾ ਲੱਗੇ, ਜਦੋਂ ਕੋਈ ਮੌਕਾ ਬਣੇ। ਇਤਿਹਾਸ ਦੇ ਉੱਤੇ ਉਹਨਾਂ ਦੀ ਸ਼ਰਧਾ ਹੀ ਨਹੀਂ, ਭਾਵਨਾ ਹੀ ਨਹੀਂ। ਤੇ ਦੋਵੇਂ ਟਕਸਾਲਾਂ ਇਸ ਗੱਲ ਨੂੰ ਮੰਨਦੇ ਨੇ, ਦਮਦਮੀ ਟਕਸਾਲ ਤੇ ਸੱਤੋ ਦੀ ਗਲੀ ਵਾਲੇ ਭਾਈ ਮਣੀ ਸਿੰਘ ਸ਼ਹੀਦ ਦੀ ਟਕਸਾਲ। ਉਹਨਾਂ ਨੇ ਟੀਕਾ ਲਿਖਿਆ ਜਿਸ ਦਾ ਨਾਮ ਆ ਅਮੀਰ ਭੰਡਾਰ, 10 ਪੋਥੀਆਂ ਦੇ ਵਿੱਚ। ਉਹਦੇ ਵਿੱਚ ਵੀ ਇਹ ਵਿਚਾਰ ਮਹਾਂਪੁਰਖਾਂ ਨੇ, ਸ੍ਰੀ ਮਾਨ ਸੰਤ ਅਮੀਰ ਸਿੰਘ ਜੀ ਸੱਤੋ ਦੀ ਗਲੀ ਵਾਲੇ ਮਹਾਂਪੁਰਖਾਂ ਨੇ ਵਿਚਾਰ ਦਿੱਤੇ ਹੈ ਕਿ ਉਸ ਮਹਾਂਪੁਰਖ ਨੇ ਆਪਣੇ ਜੀਵਨ ਦੇ ਵਿੱਚ 60 ਕਥਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਜੀ। ਆ ਕੁਝ ਵੀਰ ਬੋਲ ਰਹੇ ਸੀ, ਉਹ ਕਹਿੰਦੇ ਅਸੀਂ ਤਾਂ ਪਹਿਲੀ ਵਾਰੀ ਸੁਣੀ ਆ ਗੱਲ, ਕਿ ਹੁਣ ਤੁਸੀਂ ਨਹੀਂ ਸੁਣੀ ਤੇ ਇਹਦੇ ਤੋਂ ਦੂਜੇ ਦਾ ਕੀ ਦੋਸ਼ ਹੈ ਕਿ ਤੁਹਾਡੇ ਕੋਲ ਸਮਾਂ ਹੀ ਨਹੀਂ ਗਾ ਕਥਾ ਸੁਣਨ ਦਾ ਜਾਂ ਪੜ੍ਹਨ ਦਾ। ਸੁਣੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਸੰਤ ਗੁਰਬਚਨ ਸਿੰਘ ਮਹਾਂਪੁਰਖ ਭਿੰਡਰਾਂਵਾਲਿਆਂ ਦੀ ਰਿਕਾਰਡਿੰਗ ਦਾ, ਸਾਰੀ ਕਥਾ ਇੱਕ ਓਂਕਾਰ ਤੋਂ ਲੈ ਕੇ ਰਾਗਮਾਲਾ ਦੀ ਸਮਾਪਤੀ ਤੱਕ 27 ਕਥਾ ਕੀਤੀਆਂ ਸੀ ਮਹਾਂਪੁਰਖਾਂ। ਜੇ ਉਹਦੇ 'ਚ ਉਹਨਾਂ ਦਿੱਤੇ, ਜੇ ਕੋਈ ਨਾ ਸੁਣੇ ਤੇ ਹੁਣ ਦੋਸ਼ ਸੁਣਨ ਵਾਲੇ ਦਾ ਹੀ ਆ। ਜਿਹਨੇ ਨਹੀਂ ਸੁਣਿਆ ਕਹਿੰਦੇ ਅਸੀਂ ਤਾਂ ਸੁਣਿਆ ਹੀ ਨਹੀਂ, ਪਹਿਲੀ ਵਾਰੀ ਸੁਣਿਆ। ਕਿ ਤੁਸੀਂ ਹੋਰ ਫੋਨ ਫਾਨ ਸੁਣ ਲਓ, ਹੋਰ ਕੋਈ ਸੁਣ ਲਓ, ਤੁਹਾਡਾ ਇੰਨੇ ਬਥੇਰਾ ਵਾ, ਕਥਾ ਤੁਸੀਂ ਕਿੱਥੇ ਸੁਣਨੀ? ਕਥਾ ਸੁਣੇ ਬੰਦਾ ਤਾਂ ਫਿਰ ਹੀ ਪਤਾ ਲੱਗੇ ਨਾ, ਜਿਹੜੇ ਸੁਣਦੇ ਉਹਨਾਂ ਨੂੰ ਪਤਾ ਲੱਗਦਾ। ਇਸ ਕਰਕੇ ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਵਿਦਿਆ ਬ੍ਰਹਮ ਵਿਦਿਆ ਜੋ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ, ਇਹਦੇ 'ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਇਹ ਮੌਜ ਦੇ ਮਾਲਕ, ਜੇ ਕਹੀਏ ਮਹਾਰਾਜ ਨੇ ਮਹੱਲਾ ਕਿਉਂ ਨਹੀਂ ਲਿਖਿਆ, ਇਹ ਸਤਿਗੁਰਾਂ ਦੀ ਮੌਜ। ਮਹੱਲਾ ਲਿਖਣ ਭਾਵੇਂ ਨਾ ਲਿਖਣ, ਕਈਆਂ ਥਾਵਾਂ ਤੇ ਪਾਉਂਦੇ ਆ ਵਿੱਚ ਆਪਣਾ ਪਿੱਟ ਸਿਆਪਾ ਲਿਆ। ਕਿਤੇ ਕਹਿ ਦਿੰਦੇ ਇੱਥੇ ਨਾਨਕ ਪਦ ਕਿਉਂ ਨਹੀਂ ਲਿਖਿਆ, ਕਿਤੇ ਕਹਿ ਦਿੰਦੇ ਆਹ ਨਹੀਂ ਲਿਖਿਆ ਕਿ ਤੁਹਾਨੂੰ ਕੋਲੇ ਭਾਲ ਲੈਂਦੇ ਮਹਾਰਾਜ ਵੀ ਦੱਸੋ, ਤੁਸੀਂ ਦੱਸੋ ਵੀ ਕੀ ਲਿਖੀਏ, ਤੇ ਫਿਰ ਉਹ ਲੈ ਲੈਂਦੇ ਹੈ। ਕਿਤੇ ਇਸ ਤਰ੍ਹਾਂ ਕਹਿ ਦਿੰਦੇ ਜਿਵੇਂ ਹੁਣ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਿਆ, ਉੱਥੇ ਅਖੀਰ ਤੇ ਨਾਨਕ ਪਦ ਮਹਾਰਾਜ ਨੇ ਦਿੱਤਾ ਹੀ ਨਹੀਂ, ਜੋ ਭਗਤ ਧੰਨਾ ਜੀ ਨੂੰ ਬਖਸ਼ਿਸ਼ ਕੀਤੀ। ਮਹੱਲਾ ਪੰਜਵਾ। ਗੋਬਿੰਦ 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 ਸੰਗ ਨਾਮਦੇਵ ਮਨ ਲੀਣਾ, ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਗੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਭਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਉਤਕਾਰਿਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ, ਇਹ ਵਿਦ ਸੁਣ ਕੇ ਜਾਗਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇੱਥੇ ਮਹਾਰਾਜ ਨੇ ਆਪਣਾ ਨਾਂ ਹੀ ਨਹੀਂ ਦਿੱਤਾ, ਨਾਨਕ ਪਦ ਦਿੱਤਾ ਹੀ ਨਹੀਂ ਇਸ ਸ਼ਬਦ ਵਿੱਚ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਐਸੇ ਬੇਅੰਤ ਬਾਣੀ ਜਿਵੇਂ ਰਾਗਮਾਲਾ ਤੇ ਮਹਾਰਾਜ ਨੇ ਨਾਨਕ ਪਦ ਨਹੀਂ ਦਿੱਤਾ, ਆਰੰਭ 'ਚ ਮਹੱਲਾ ਵੀ ਨਹੀਂ ਦਿੱਤਾ। ਤੋ ਇਸ ਤਰੀਕੇ ਨਾਲ ਬਹੁਤ ਗੁਰਬਾਣੀ ਦੇ ਅੰਦਰ ਬੇਅੰਤ ਐਸੇ ਸ਼ਬਦ ਵਾ, ਐਸੇ ਭੇਦ ਵਾ। ਮਹਾਰਾਜ ਸਾਹਿਬ ਮੌਜ ਦੇ ਮਾਲਕ ਆ। ਜਿਵੇਂ ਭਗਤ ਸੂਰਦਾਸ ਜੀ ਦੀ ਇੱਕੋ ਹੀ ਪੰਕਤੀ ਮਹਾਰਾਜ ਨੇ ਪ੍ਰਵਾਨ ਕੀਤੀ, ਇੱਕੋ ਹੀ ਪੰਕਤੀ ਲਿਖੀ। ਹੁਣ ਉੱਥੇ ਕੋਈ ਪਿੱਟ ਸਿਆਪਾ ਪਾ ਲਵੇ ਇਹ ਜੀ ਸਾਰਾ ਸ਼ਬਦ ਕਿਉਂ ਨਹੀਂ ਹੈਗਾ, ਇੱਕੋ ਹੀ ਪੰਕਤੀ ਕਿਉਂ ਲਿਖੀ ਹੈ? ਮੌਜ ਦੇ ਮਾਲਕ ਸਤਿਗੁਰੂ। ਛਾਟ ਮਾਨ ਹਰ ਬਿਮਖਣ ਕੋ ਸੰਗ, ਬਸ ਇੰਨਾ ਹੀ। ਇਹਦੇ ਵਿੱਚ ਕਿੱਡਾ ਵੱਡਾ ਸਿਧਾਂਤ ਆ ਕਿ ਮਨਾ ਜਿਹੜੇ ਪਰਮੇਸ਼ਰ ਤੋਂ ਬੇਮੁਖ ਹੋਏ ਉਹਨਾਂ ਦਾ ਸੰਗ ਸਾਥ ਛੱਡ ਦੇ, ਬੇਮੁਖ ਤੋਂ। ਸਤਿਗੁਰੂ ਗਰੀਬ ਨਵਾਜ ਸਮਤ ਬਖਸ਼ਿਸ਼ ਕਰਨ, ਸ਼ਰਧਾ ਭਾਵਨਾ ਬਣੇ ਗੁਰੂ ਕੀ ਬਾਣੀ ਤੇ ਇੱਕੋ ਹੀ ਜੋਤ। ਇੱਕ ਤਰ੍ਹਾਂ ਇਹ ਪੰਕਤੀਆਂ ਆਪਾਂ ਗਾ ਲਈਏ, ਸਾਡੇ ਹਿਰਦੇ ਤੀਕ ਪਹੁੰਚਣੇ ਪੰਕਤੀਆਂ।
जोत ओहा जुगत साए, जोत ओहा जुगत साए, जुगत साए, ज्योति ओहा जुगत साए। सहकाया फेर पलटिया, सहकाया फेर पलटिया, काया फेर पलटिया, काया फेर पलटिया। जोत रूप हर आप गुरु नानक कहाया, जोत रूप हर आप गुरु नानक कहायो। ताते अंगद भयो तत् से तत् मिलाया, ताते अंगद भयो तत् से तत् मिलायो। अंगद कृपा धार अमर सतगुर थिर किया, अमर सतगुर थिर किया। अमरदास अमरत शतर गुर राम है दिया, अमरदास अमृत शतर गुर राम दियो। गुर रामदास दर्शन परस कह मसरा अमृत बैन, मूर्त पंच प्रमाण पुरख गुर अर्जुन इको नैन। इको ही जोत दसा जामिया च वरती साध संगत जी, भिन्न भेद कोई नहीं, कोई फर्क नहीं। ओहो ही जोत धन गुरु ग्रंथ साहिब महाराज के अंदर गुरु के भावना वाले सिख उन्नी शरधा जपजी साहिब से रखते हैं तो उन्नी शरधा जाप साहिब से रखते हैं। तो जिन्होंने भिन्न भिन्न करके जाने वो कई तरह अपना रौला पाते रहते, वो कहते असीं तो बस उन्होंने ही मानते जी जी बाणी गुरु ग्रंथ साहिब के अंदर लिखी है। तो वो सीधा नहीं कहते, ये वलविंदरिया पा के कह देते, वह भाव है कि जी बाहर बाकी जाप साहिब सवैये चौबी साहिब असीं नहीं मानते। हुण अरदास करी दी है ना, एक ओंकार श्री वाहिगुरू जी की फतेह, ये भगवती की वार की पहली पौड़ी, उत्थे कईयां ने लिख दिता है पिछे जे, एक ओंकार श्री वाहिगुरू जी की फतेह श्री भगवती जी सहाय, ते भगवती की थां ते सतनाम। कहते सानू भगवती अखर चंगा नहीं लगता, भगवती अखर इस तरह किया। महापुरख श्रीमान संत ज्ञानी मोहन सिंह जी पिंडरा वाले महापुरख, महान खालसा पंथ के विद्वान, पिछे जे महापुरखों ने चढ़ाई की है, सचखंड बयाना किया। उन्होंने नितनेम के गुटके साहब के पूरा विस्तार सहित ये अर्थ दिते भगवती पद के। ये भगवती नाम परमेश्वर का भी आ, भगवती नाम कृपाण का भी आ, भगवती नाम सेवक का भी आ। तो उन्होंने उदाहरण दे दे के गुरु ग्रंथ साहिब के पंक्तियां नाल दे दे के सारा बड़ा खुलासा किया। हुण समझ आपनों ना आवे तो कह देंगे भगवती है, जी भगवती कोई भगवती कोई देवी होनी चाहिए, आपदे कोले कर देंगे। तो इस तरीके के नाल महाराज समत बख्शे, गरीब नवाज सच्चे पातशाह सब का भला करे, पर सोझी महाराज बख्शिश करन, समत बख्शण, गुरु की बाणी के उत्ते शरधा बने, विश्वास बने, गरीब नवाज सच्चे पातशाह रहमता करन। तो गुरु कलगीधर पातशाह धन श्री गुरु गोबिंद सिंह महाराज जी का पवित्र इतिहास नदेड़ की धरती के उत्ते सतगुरु सच्चे पातशाह कौतक वरता रहे हैं। 2200 तो अधिक सिंह महाराज साहब जी के पास उस मौके हाजिर है, 2200 खालसा। और बहादुर शाह का भी उत्थे डेरा उतरिया होया। इधर गुरु का जो देग लंगर तैयार होंदा है तो उस वेले फिर विच रौला जिहा मच जाता है खालसे। तो महाराज साहब जी ने खालसे नूं बड़ियां खुशियां बख्शिश कीतियां, बहुत महाराज ने बख्शिशां कीतियां, ते खालसे ने खुद खुदा भी कह दिता, खालसे नूं अकाल पुरख की फौज भी कह दिता, ते खालसे नूं महाराज साहब ने भी कह दिता भी साडा खास रूप आ, खालसा मेरो रूप है खास, खालसे में हूं करो निवास। ते खालसे दा सारा कुछ ही न्यारा, बोल बाणी न्यारी, खालसे दे जकारे न्यारे, खालसे दा सारा कुछ बोला वकरा। आम लोग बोली कहते खालसे का बोला, लोग होली बनाते खालसे का होता महला, खालसे का सब कुछ। लोग एक कहेंगे खालसा 1.25 लाख कहेंगे, जी खालसे की भाषा वो तो सारे नालों ही वक्री।
कोई कहता अंग्रेजी बड़ी चंगी, कोई कहता हिंदी बड़ी चंगी, कोई कहता संस्कृत, कोई होर, पर खालसे का किसी नाल रलदा ही नहीं प्रोग्राम। ये सब नालों वखरा। तो इस करके वो खालसे के उत्थे जो लंगर वरतदा जकारे भी सिंह बुलाते हैं, नगारे भी खड़काते हैं, तो उत्थे कई तरह के नाल रौला रप्पा जिहा भी मच जाता। तो इस तरीके नाल बहादुर शाह ने सुनिया, उन्हें कहा भी इधरले पासे इस तरह का क्यों ये आवाज़ आती है, रौला जिहा क्यों आता। तो वो उदासी मंडली भी साधुओं की उतरी हुई सी। उतों अगे फिर की होया, बहादुर शाह किवें पता करता है, की करता है, वो साध संगत जी प्रसंग आ रहा नदेड़ की धरती का, श्री अबचल नगर हजूर साहब जी का। शरदा भावना सहित सरवण करिए, उचार भी करो जी। सतनाम श्री गुरु साहिब जी। सुत हित मानव शीकर पठायो। जो रौले की आवाज़ आई ना गुरु के पड़ाव वाले पास रोज आती है, जिस वेले गुरु की देग वरतदी है, लंगर, देग तो भाव लंगर, लंगर नूं देग किया जाता। जिवें महाराज ने अपनी बाणी जी हूँ देग तेग जग में दो चल, देग गुरु के लंगर नूं देग आखे, कड़ा प्रसाद की देग नूं देग आखे, तो लंगर भी दे। तो फिर बहादुर शाह ने खबर लैण वास्ते अपना एक आदमी भेजिया छेती। वो सारा कारण भी वेख के आ गुरु साहब के पड़ाव से इन्ना रौला जिहा क्यों मचिया होया, वो सारा कारण सुन करके वापस हट के आया बहादुर शाह के पास। उसने हाथ जोड़ करके बेनती की, जी गुरु की भारी देग वरत रही है, इस करके ये रौला जिहड़ा मचिया होया, इस तरह की आवाज़ आ रही। जिवें पिछे कल भी बेनती साझी की सी भी महाराज साहब जी मौज के मालक, कदी कदी सतगुरु साहब जी कई कौतक करते, खालसे दे विच जोश भरन वास्ते, खालसे नूं सिक्ख्या देण वास्ते, खालसे नूं तेज तरारा करन वास्ते। कई बार कड़ा प्रसाद की देग तैयार करके तो महाराज लुट मचाते सी, कहते सिंघो लुटो कड़ा प्रसाद की देग। पिछे प्रसंग आया इतिहास के, तो फिर कई ने लुट अगे हम जो लुटना तो अगे पिछे तो होना ही पैना ना, भाजण की मचनी, रौला रप्पा जिहा मचना ही। वो फिर भगदड़ जी तो फिर रौला जिहा विच मचदा, इस तरह का होंदा। कई बैठे भी रहिंदे उस मौके पर महाराज ने वचन किया भी ये दो तरह का होगा खालसा, एक इस तरह इस तरीके दे वाला भी तेज तरारा भी, ते एक जिहड़े चुप करके बैठे रहने वाले भी होणगे, भी जे मिल जाएगा किनका छक लांगे, नहीं तो आनंद। ते नाले खालसे भी महाराज साहब जी ने सिपाही बनाया ना, सिपाही संत भी बनाया तो सिपाही भी बनाया। जिहड़ा संत वा संत का काम शांत रहना, तो जिहड़ा सिपाही है वह काम शांत रहना नहीं हुंदा। सिपाही का काम तो तेज तरारा रहना। जो हम सिपाही शांत होकर बह गया तो फिर वो किवें मुकाबला करूँ दुश्मनों के नाल। सिपाही नहीं शांत रहने वाला, सिपाही तो जिन्ना सावधान जिन्ना तेज उन्ना ही ठीक रहिंदा। संत जिहड़ा वो जिन्ना शांत होवे उन्ना ही ठीक। ते खालसे च दोवें गुण भरे आ, ये संत भी आ ते सिपाही भी आ ना। ये माला फेरन वाला भी आ, नाम जपन वाला भी आ, ते खंडा खड़काउण वाला भी आ ना। हुण खंडा जिहड़ा खड़काउणा वा शस्त्र चलाउणे आ, उत्थे फिर भज दौड़ ते करनी पैनी आ, उत्थे थोड़ा भी सही सही उत्थे तो फिर तेज तरारा ही। इस करके मारे किते किते कौतक करदे खालसे दे विच। तां इस तरह महाराज साहब जी ने खालसे नूं सावधान कीता। तो उस वेले बचन कीते सी भी ये सिंह इस तरह तेज तरारे भी होणगे, पंथ दे विच फुर्ती वाले भी होणगे, भज दौड़ करन वाले ते शांत रहने वाले भी होणगे, मस्त सुभाव वाले भी होणगे। तो हुण उत्थे दोवां तरह का ही खालसा है महाराज साहब के कोले। ते जदों लंगर वरतदा तो उस वेले रौला मचदा है। पंगत विच भी लंगर वरताया जाता है, ये नहीं कि पंगत विच नहीं वरताया जाता, पर गुरु का खालसा 2200 सिंह वा, 2200 सिंह घोड़ियां भी सामना, उन्होंने कोले समा उन्ना की हुंदा जिहड़े फिर घोड़ियां दे विच रहण वाले पट्ठे भी लियाउने आ, वो अपने नालों घोड़े का फिक्र ज़्यादा हुंदा। जाके वो वास्ते घाह पट्ठा भी वढ के लिया, उन्होंने नहाउणा धोना, उन्होंने खरकना करना, वो सांभ संभाल पूरी करनी। इस करके वो फिर सिंह किसी मौके पर जो उन्होंने कोले समा होवे
ਤੇ ਪੰਗਤ ਵਿੱਚ ਚੌਂਕੜਾ ਲਾ ਕੇ ਪ੍ਰਸ਼ਾਦਾ ਛਕ ਕੇ ਜਾਣ। ਤੇ ਜਦੋਂ ਉਹਨਾਂ ਨੇ ਬਾਕੀ ਆਪਦਾ ਕਾਰ ਵਿਹਾਰ ਹੋਰ ਕਰਨ ਵਾਲੇ, ਘੋੜੇ ਨੂੰ ਪਾਣੀ ਢਾਉਣ ਵਾਲਾ, ਪਾਣੀ ਪਿਆਉਣ ਵਾਲਾ ਤੇ ਹੋਰ ਸੇਵਾ ਕਰਨ ਵਾਲੀ, ਉਹ ਫਿਰ ਨਾਲ ਆਪਣਾ ਬਾਟਾ ਲੈ ਆਂਦਾ, ਦਾਲਾ ਭਾਜਾ ਪਾਇਆ, ਪ੍ਰਸ਼ਾਦੇ ਹੱਥੇ ਰੱਖੇ ਤੇ ਆਪਦੇ ਤੰਬੂ 'ਚ ਲੈ ਗਏ ਤੇ ਉੱਥੇ ਜਾ ਕੇ ਛਕ ਲਏ। ਹੁਣ ਆਪਾਂ ਵੇਖਦੇ ਹੀ ਆ ਸਿੰਘ ਦਲਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਸੀ ਮਰਿਆਦਾ, ਇਸੇ ਤਰੀਕੇ। ਤੇ ਉਹਨਾਂ ਕੋਲ ਸਮਾਂ ਨਹੀਂ ਇੰਨਾ ਹੁੰਦਾ, ਉਹ ਕਹਿੰਦੇ ਮੈਂ ਉੱਥੇ ਜਾ ਕੇ ਪੱਠੇ ਵੱਢਣ ਵਾਲੇ ਪਏ ਆ, ਮੇਰੇ ਕੋਲ ਇੰਨਾ ਸਮਾਂ ਥੋੜ੍ਹਾ। ਬਾਕੀ ਹੋਰ ਕਾਰਜ ਕਰਨ ਵਾਲਾ ਜਿੱਥੇ ਜਿੱਥੇ ਸੇਵਾ ਲੱਗੀ ਉਹ ਸਾਰੇ ਕਾਰਜ ਕਰਨ, ਹਰ ਇੱਕ ਕੰਮ ਕਰਨ, ਵੱਖਰੀਆਂ ਵੱਖਰੀਆਂ ਡਿਊਟੀਆਂ, ਵੱਖਰੇ ਵੱਖਰੀ ਸੇਵਾ ਲਾਈ ਹੋਈ ਮਹਾਰਾਜ। ਉੱਥੇ ਫਿਰ ਕਈ ਵਾਰੀ ਹਫੜਾ ਦਫੜੀ ਵੀ ਮੱਚਦੀ ਜਦੋਂ ਇਸ ਤਰੀਕੇ ਨਾਲ। ਵੇਖੋ ਇੱਕ ਨਿੱਕਾ ਜਿਹਾ ਪਰਿਵਾਰ ਹੋਵੇ ਉਹਦੇ ਵਿੱਚ ਵੀ ਮੱਚ ਜਾਂਦੀ। ਤੇ ਇਹ ਤਾਂ ਵੱਡਾ ਪਰਿਵਾਰ, ਕਿੱਡਾ ਵੱਡਾ ਖਾਲਸੇ ਦਾ ਪਰਿਵਾਰ ਇੱਕ, ਤੇ ਉੱਥੇ ਕਿਸੇ ਨੂੰ ਕਾਹਲੀ, ਉਹ ਕਹਿੰਦਾ ਮੈਨੂੰ ਪਹਿਲੋਂ ਆ ਦੇ ਦੇ ਰਸਮ ਪਾਣੀ, ਮੈਂ ਜਾਣਾ। ਦੂਜਾ ਕਹਿੰਦਾ ਤੂੰ ਖਲੋ ਜਾ। ਫਿਰ ਜਥੇਦਾਰ ਜਿਹੜਾ ਜਥੇਦਾਰ ਨੇ ਫਿਰ ਆਪਣਾ ਵੀ ਦਾਬਾ ਦੂਬਾ ਚਲਾਉਣਾ ਦੂਜਿਆਂ ਲਈ। ਇਸ ਤਰੀਕੇ ਦੇ ਨਾਲ ਉਹ ਰੌਲਾ ਜਿਹਾ ਮੱਚਿਆ ਉੱਥੇ ਵੇਖਿਆ ਬਹਾਦਰ ਸ਼ਾਹ ਨੇ। ਉਹ ਸਿਪਾਹੀ ਨੇ ਜਿਹਨੂੰ ਭੇਜਿਆ ਸੀ, ਉਹਨੇ ਸਾਰੀ ਖਬਰ ਸਾਫ਼ ਲਿਆ ਕਰਕੇ ਦੱਸਿਆ ਵੀ ਗੁਰੂ ਕੀ ਦੇਗ ਵਰਤ ਰਹੀ ਹੈ ਭਾਰੀ ਗਿਣਤੀ ਦੇ ਵਿੱਚ ਤੇ ਖਾਲਸਾ ਲੈ ਰਿਹਾ ਹੈ। ਕਹਿੰਦੇ ਬਹੁਤਾ ਖਾਲਸਾ ਹੈ, ਖਾਲਸਾ ਹੀ ਦੇ ਰਿਹਾ, ਵਰਤਾ ਰਿਹਾ ਤੇ ਖਾਲਸਾ ਹੀ ਲੈ ਰਿਹਾ ਹੈ। ਆਪਸ ਦੇ ਵਿੱਚ ਫਿਰ ਇਸ ਤਰ੍ਹਾਂ ਉਹ ਬੋਲ ਹੋ ਰਹੇ ਖਾਲਸੇ ਦੇ, ਉੱਚੀ ਉੱਚੀ ਬੋਲ ਰਹੇ ਹਨ। ਤੇ ਕੋਈ ਮੰਗ ਰਿਹਾ ਹੈ ਪ੍ਰਸ਼ਾਦਾ ਪਾਣੀ, ਕੋਈ ਉਹਨੂੰ ਰੋਕ ਰਿਹਾ ਕਿ ਤੂੰ ਠਹਿਰ ਜਾ। ਕੋਈ ਵਰਜ ਰਿਹਾ ਹੈ ਤੇ ਕੋਈ ਗੁੱਸੇ ਦੇ ਵਿੱਚ ਵੀ ਆ ਜਾਂਦਾ ਹੈ। ਤੇ ਇਹ ਸਾਰਾ ਵਰਤਾਂਤ ਵੇਖ ਕਰਕੇ ਨਾ ਤੇ ਬਾਦਸ਼ਾਹ ਨੇ ਵਿਚਾਰਿਆ, ਉਹਨੇ ਆਪਣੇ ਖਿਆਲ ਦੇ ਨਾਲ ਵਿਚਾਰ ਲਿਆ ਇੱਧਰ ਤਾਂ ਕਮੀ ਕੋਈ ਨਹੀਂ ਸੀ, ਪਰ ਬਹਾਦਰ ਸ਼ਾਹ ਉਹ ਆਪਣੀ ਬੁੱਧੀ ਨਾਲ ਸੋਚਦਾ ਇੱਧਰ ਕਮੀ ਨਹੀਂ ਕੋਈ ਵੀ ਗੁਰੂ ਕੇ ਖਾਲਸੇ। ਉਹ ਇਸ ਤਰ੍ਹਾਂ ਦਾ ਵਰਤਾਰਾ ਦਾ ਰੋਈ ਦਾ ਹੀ ਵਰਤਦਾ ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਇਸੇ ਤਰ੍ਹਾਂ ਹੀ ਖੁੱਲ੍ਹਾ ਖੁਲਾਸਾ ਹੀ ਗਰੀਬ ਨਵਾਜ ਨੇ ਸੁਭਾਅ ਰੱਖਿਆ ਖਾਲਸੇ। ਹੁਣ ਜੇ ਕੋਈ ਡਿੱਗ ਪਵੇ, ਕੋਈ ਇਸ ਤਰ੍ਹਾਂ ਹੋ ਜਾਵੇ, ਇਹ ਸਿੰਘਾਂ ਦਾ ਇਸ ਤਰ੍ਹਾਂ ਦੇ ਕੰਮ, ਉਦੋਂ ਵੀ ਜਕਾਰੇ ਛੱਡਣ ਲੱਗ ਪੈਂਦੇ। ਜੇ ਕੋਈ ਘੋੜੇ ਤੋਂ ਡਿੱਗ ਪਿਆ ਫਿਰ ਜਕਾਰੇ ਛੱਡ ਦਿੱਤੇ। ਜੇ ਕੋਈ ਸ਼ਹੀਦ ਹੋ ਗਿਆ, ਦੁਨੀਆ ਦੇ ਲੋਕ ਤਾਂ ਰੋਂਦੇ ਆ ਜਦੋਂ ਕੋਈ ਬੰਦਾ ਮਰ ਜਾਵੇ। ਉਹ ਖਾਲਸੇ ਦੇ ਵਿੱਚ ਜੇ ਕੋਈ ਸ਼ਹੀਦ ਹੋ ਗਿਆ, ਕਹਿੰਦੇ ਚੜ੍ਹਾਈ ਕਰ ਗਿਆ, ਉਦੋਂ ਵੀ ਜਕਾਰੇ ਬੁਲਾਉਂਦੇ। ਇਹ ਮਰਿਆਦਾ ਵੱਖਰੀ ਆ। ਅਸੀਂ ਤਾਂ ਘਰਾਂ ਦੇ ਵਿੱਚ ਰਹਿਣ ਵਾਲੇ, ਪਰਿਵਾਰਾਂ ਵਾਲੇ ਉਸ ਤਰੀਕੇ ਦੇ ਨਾਲ, ਪਰ ਉਹ ਜਿਹੜੇ ਖਾਲਸੇ ਦੀ ਮਰਿਆਦਾ ਇਤਿਹਾਸ 'ਚ ਵਾ ਬਚਨ। ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ, 10ਵੇਂ ਪਾਤਸ਼ਾਹ ਨੇ ਆਪ ਜਕਾਰੇ ਬੁਲਾਏ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਤੀਰ ਵੱਜੇ, ਗੋਲੀਆਂ ਵੱਜੀਆਂ, ਕਿਰਪਾਨਾਂ ਵੱਜੀਆਂ, ਤੇ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਜਦੋਂ ਧਰਤੀ ਤੇ ਡਿੱਗਦੇ ਆ, ਬਾਬਾ ਅਜੀਤ ਸਿੰਘ ਜੀ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਉੱਚੀ ਅਕਾਰੀ ਤੋਂ ਵੇਖਦੇ ਹੋਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਕਾਰੇ ਬੁਲਾਏ। ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੁੰਦੇ ਆ, ਫਿਰ ਮਹਾਰਾਜ ਜਕਾਰੇ ਬੁਲਾਏ। ਕੋਈ ਹੈ ਦੁਨੀਆ ਦਾ ਪਿਤਾ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੁੰਦਾ ਹੋਵੇ, ਸਵਾਸ ਪੂਰੇ ਤੇ ਹੋਣ ਤੇ ਉਹ ਜਕਾਰਾ ਬੁਲਾ ਸਕੇ। ਇਹ ਮਹਾਰਾਜ ਸਾਹਿਬ ਜੀ ਨੇ ਵਡਿਆਈਆਂ ਗੁਰੂ ਸਾਹਿਬ ਦੇ ਪਾਸ ਤੇ ਗੁਰੂ ਕੇ ਖਾਲਸੇ ਦੇ ਕੋਲੇ ਹਨ। ਇਸ ਤਰ੍ਹਾਂ ਦਾ ਉੱਥੇ ਜਕਾਰੇ ਬੁਲਾਏ ਜਾਂਦੇ। ਤੇ ਇਸੇ ਤਰ੍ਹਾਂ ਹੋਰ ਵੀ ਵਰਤਾਰਾ ਵਰਤਦਾ। ਉਹ ਸਾਰਾ ਜਿਹੜਾ ਵਰਤਾਰਾ ਜਿਹਨੂੰ ਦੱਸਿਆ, ਬਹਾਦਰ ਸ਼ਾਹ ਸੋਚਣ ਲੱਗ ਗਿਆ, ਕਹਿੰਦਾ ਵੀ ਖਾਲਸਾ ਜਿਹੜਾ ਵੱਡੀ ਗਿਣਤੀ ਵਿੱਚ ਕਿਤੇ ਭੁੱਖਾ ਨਾ ਰਹਿੰਦਾ ਹੋਵੇ। ਨਦੇੜ ਦੀ ਧਰਤੀ ਇੱਥੇ ਫਸਲਾਂ ਘੱਟ ਹੁੰਦੀਆਂ, ਆਮਦਨ ਘੱਟ ਹੈ, ਵੀ ਐਸਾ ਨਾ ਹੋਵੇ ਕਿ ਗੁਰੂ ਕੇ ਖਾਲਸੇ ਕੋਲੇ ਰਸਮ ਪਾਣੀ ਥੋੜਾ ਹੋਵੇ। ਇਹ ਲੰਗਰ ਛਕਣ ਵਾਲੇ, ਪ੍ਰਸ਼ਾਦਾ ਪਾਣੀ ਛਕਣ ਵਾਲੇ ਬਹੁਤੇ ਗਿਣਤੀ ਵਿੱਚ ਵਿਸ਼ੇਸ਼ ਕਰਕੇ ਮਿਲੇ ਹੋਏ ਹਨ। ਫਿਰ ਇਹਨੇ ਖਿਆਲ ਕੀਤਾ ਵੀ ਮੈਂ ਆਪਣੇ ਵੱਲੋਂ ਵੀ ਕੋਈ ਧਨ ਮਾਇਆ ਜਿਹੜੀ ਉਹ ਮਹਾਰਾਜ ਦੀ ਸੇਵਾ ਵਿੱਚ ਅਰਪਣ ਕਰਿਆ ਕਰਾਂ। ਤੇ ਰੋਜ਼ ਦਾ ਜਿਹੜਾ ਧਨ ਹੈ ਕੁਝ ਅਰਪਣ ਕਰਨ ਲੱਗ ਪਿਆ, ਭੇਟ ਕਰਨ ਲੱਗ ਪਿਆ। ਬੇਨਤੀ ਕੀਤੀ ਕਿ ਇਹ ਲੰਗਰ ਵਾਸਤੇ ਮੈਂ ਮਾਇਆ ਦੇਣੀ ਚਾਹੁੰਦਾ ਹਾਂ। ਤੇ ਹੁਣ ਇਸ ਨੇ ਆਪ ਤਰਲਾ ਪਾ ਕੇ ਉਹ ਮਾਇਆ ਭੇਟ ਕੀਤੀ ਹੈ, ਕਿਉਂਕਿ ਗੁਰੂ ਸਾਹਿਬ ਨੇ ਸਭ ਕੁਝ ਇਹਨੂੰ ਦਿੱਤਾ। ਬਹਾਦਰ ਸ਼ਾਹ ਦਿੱਲੀ ਦਾ ਤਖਤ ਮਹਾਰਾਜ ਨੇ ਦਵਾਇਆ, ਸਤਿਗੁਰੂ ਜੀ ਦਾ ਹੀ ਦਿੱਤਾ ਹੋਇਆ। ਤੇ ਕੁਝ ਵਿੱਚੋਂ ਜਦੋਂ ਲੰਗਰ ਦੇ ਵਿੱਚ ਭੇਟ ਕਰ ਦਿੱਤਾ,
फिर वो माया लैके ते खालसे ने रसद खरीद के लियांदी। बड़ा प्रसाद की देग तैयार हुंदी है कृपालु सतगुरु जी की हाजरी विच। फिर उस तरह देगां वरतदियां खुलियां ते रौला उस तरह ही मचदा है। दूर दूर दी को आवाज आउंदी है। पर धन की कमी कोई नहीं है सतगुरु कलगीधर पातशाह जी के पास। निता प्रति बहुत ही वड्डी गिनती में धन आउंदा, माया संगत भेंट करती है। बहुत वड्डा उत्साह बहुत खुशी जिहड़ी है वो खालसे दे विच मचदी है, बहुत खुशी हुंदी है। अज क दिन बीते अति बहादुर शाह ने फिर सुनिया है। जानिया है कि गुरु गोबिंद सिंह महाराज साहब जी के खालसे का वड्डा खर्चा है। अगे नालों कहते होर ज्यादा धन भेज दिता। जिन्ना महाराज मन भाउंदा उन्ना ही लंगर तैयार किया जाए। जिवें जिवें धन कहते भेट भेजदा है गुरु के लंगर दे विच उसे तरह कहते रौला नहीं घटिया, वो तो उस तरह ही आवाज आती रही है कि इधरों जकारा बुला देता कि उधरों बुला देता कि होर इसे तरह रौला मचिया रहिंदा है। क्योंकि साध संगत जी महाराज साहब जी का पंथ ही ऐसा गुरु का खालसा पंथ ते सदियां बीत गईयां, ਇਹਦੇ ਵਿੱਚ ਘਾਟ ਤਾਂ नहीं कोई भी आउणी, पर फिर भी जिवें हुण घरां विच रहण वाला जिहड़ा महाराज की हाजरी 'ਚ रहण वाला ते जो घर विच रहण वाला फर्क तो हुंदा ही है। हुण जिवें असीं अपने घरां विच रहिंदे हां ते असीं हुण जे कहीए पूरी पूरी मर्यादा तो नहीं महाराज की धारण करदे, जिहड़ी 10वें पातशाह ने सानूं दित्ती होई। यतन करते हैं भी वध तो वध ठीक है महाराज की मर्यादा में रहा जाए, पर फिर भी फर्क तो पैंदा ही है ना। परिवार में रहिंदे आ गृहस्थ विच रहिंदे आ इसे तरीके नाल ये नहीं कि उदों सिंह गृहस्थी नहीं सन है सी, पर हुण तां जिवें वरतारा जिहा वरत गया। पर हाले भी आपां वेखीए जदों हजूर साहिब आपां जाइए ना उत्थों दे सिंघां दा जिहड़ा हाले भी फर्क हैगा अपने इधर दे नाल। फर्क दोवां तिन्नां गल्लां दे विच वा, क्योंकि जिहड़ा जिस विच गुण होवे उहदा गुण जिक्र करना चाहिए, उहनूं मन्नना चाहिए, मन लेना चाहिए। एक उन्हां दे विच इह आ कि ओह केस नहीं कटाउंदे। ये 300 साले दे उत्ते भी उत्थे सिंह साहब जी ने भी बोलिया सी, सिंह साहब बाबा जी बाबा कुलवंत सिंह जी ने ते लंगर साहब वाले महापुरख बाबा निधान सिंह जी महापुरखों के लंगर साहब वाले स्थान तो जो महापुरखों संत बाबा बलविंदर सिंह जी जो उत्थे ही रहिंदे ज़्यादा, बाबा बलविंदर सिंह जी महापुरखों ने भी ये बचन वड्डी स्टेज पर किया। कहते कि इत्थों के सिखां दे विच एक ये वडियाई आ कि इन्हां दे बच्चे जिहड़े वो केस नहीं कटाउंदे। दखणी सिख जिन्होंने आपां कह दिंदे, दखणी तां कहदे ने कि दखण दा इलाका नदेड़ की धरती से रहने वाला, एक केस नहीं कटाउंदे ते एक शस्त्रधारी रहिंदे। जदों उत्थे वो होला महल्ला मनाउंदे जिन्ना उत्थे जाके दर्शन किए, अजकल तो खून से सारा कुछ दिस पैंदा नेट के उत्ते। दशहरे वाले दिन भी उत्थे दिहाड़ा मनाया जाता महाराज साहब जी का। अगे पिछे भी जो गुरपुरब हुंदा जिन्ने नदेड़ के नौजवान सिंह वा ना सारे हाजिर हुंदे आ ते महाराज साहब जी के नगर कीर्तन के नाल ते फिर महल्ला जो खेडिया जाता तो उस वेले सारे कोले शस्त्र होंगे, पुरातन शस्त्र हर एक कोले वड्डियां श्री साहिबां ते वो फिर नाल नाल भज के जाते हैं। ये चीज़ां उत्थे भी हले हैगियां। फिर एक होर गल फतेह बुलाउणगे ते उच्ची बुलाउणगे सारे। हुण आपां फतेह वाली भी अपनी आवाज़ ढिली जी आउंदी है, आपां नूं ये मन लेना चाहिए। जो कि एक सिंह बुलावे फतेह तो अगला कोई जवाब तो देता पर सही दे देता। जिथे इत्थे रौले की गल आ रही ना, उच्ची आवाज़ की गल आ रही, हाले भी उत्थे मर्यादा ऐसी है आप महसूस कर सकते हैं।
दरबार के अंदर भी जो रहरा साहब जी की समाप्ति होंगी है आप रोज़ सुनते हैं, वेख लो इधरों भी आती है आवाज़ कि उधरों भी आती है, टीवी ते सारे पासे का प्रोग्राम चलता है। हजूर साहब का देखो जो रहरा साहब की समाप्ति होगी, फतेह बुलाई जाएगी तो जिन्ने दरबार तो सिंह होंगे उच्ची आवाज़ वाहिगुरू जी का खालसा वाहिगुरू जी की फतेह। ये बचन भी है महाराज के इतिहास के रहतनामे के कि सिंह गज के फतेह बुलावे। एक सिंह फतेह बुलाता दूजा उन्होंने जवाब दे, कई तो जवाब ही नहीं देते। अज साडे इत्थे पंजाब की धरती ते होर तरह का रिवाज भी चलिया, होर तरह का रिवाज आ फोन से फतेह बुलाउणगे ते बहुत ज़्यादा बदली, सीधा ही वाह खालसा वाह फतेह, ना वाहिगुरू कहते ना चंगी तरह खालसा ते ना फतेह, कई सीधा ही कहेंगे खालसा फतेह। एक ही होया भाई खालसा फतेह। बेअदबी ये बेअदबी नहीं, अद्धा अखर बोलना अद्धा छड़ जाना, वाहिगुरू की थां ते वाह ही कह देना, कितनी वड्डी बेअदबी। जां ते बुलाओ ही ना, जो बुलाना तो चंगी तरह बुलाओ कि वाहिगुरू जी का खालसा वाहिगुरू जी की फतेह। ते महाराज के बचन आ कि जिहड़ा पहलों फतेह बुलाउंदा ना उहदे ते साडी ज़्यादा खुशी हुंदी, ਜਦੋਂ आपस में सिंह मिलन ਸਿੰਘਣੀਆਂ मिलन आपस में ਜਿਹੜਾ ਪਹਿਲੋਂ फतेह बुलाऊगा ना ਉਹਦੇ ਵੱਲੇ ਸਾਡਾ ਚਿਹਰਾ 10ਵੇਂ ਪਾਤਸ਼ਾਹ ਦੇ ਬਚਨ ਆ, ਜਿਹੜਾ ਅੱਗੇ ਜਵਾਬ ਦੇਊਗਾ ਉਹਦੇ ਵੱਲੇ ਸੱਜਾ ਮੋਢਾ, ਜਿਹੜਾ ਸਹਿਜੇ ਬੋਲੂਗਾ ਉਹਦੇ ਵੱਲੇ ਖੱਬਾ ਮੋਢਾ। ਸਿੱਖਾਂ ਪੁੱਛਿਆ ਮਾਰੇ ਜਿਹੜਾ ਜਵਾਬ ਹੀ ਨਾ ਦੇਵੇ ਕਹਿੰਦੇ ਉਹਦੇ ਵੱਲੇ ਪਿੱਠ ਬੇਮੁਖ ਵਾ, ਜਵਾਬ ਹੀ ਨਹੀਂ ਦਿੰਦਾ ਉਹਦੇ ਵੱਲੇ ਸਾਡੀ ਪਿੱਠ ਵਾ। इस करके फतेह जो संगत में बैठ गए दीवान की रंभता होवे जिन्नी वारी मर्जी बुलाई जाए फतेह, कदे मन च आना ही नहीं चाहिए कि अगे फतेह बुला के अगे हुण क्यों बुलाइए। ये फतेह एवें थोड़ा मिल गई किते, फतेह 10वें पातशाह ने दी। एक किन्नियां कुर्बानियां महाराज साहब ने सारा परिवार कुर्बान करके सानू फतेह दी, सानू अमृत दिता, सानू सिक्खी दी है कि असीं फतेह भी नहीं बुलाउणी। इस करके जिन्नी वारी फतेह बुलाई जाए गज के बुलाउणी चाहिए। तो अरदास के भी जो उत्थे अरदास होंदी ते समाप्ति होंदी, फिर देखो कितनी आवाज़ आती उत्ते जयकारे की, कितनी आवाज़ आती फतेह की। फिर अरदास में उत्थे 4 साहिबजादे जिहदे नाम ले जाते ना, जो आता बाबा फतेह सिंह जी का नाम तो एक बार सारा हाल ही गूंज जाता। जो कहा जाता ना कि साहिबजादा बाबा फतेह सिंह जी, कि उस वेले सारे उच्ची बोलते बाबा जी का नाम, क्योंकि बाबा फतेह सिंह जी वो महान हस्ती है। गुरु गोबिंद सिंह जी के चौथे साहिबजादे शरीरक उम्र में भावें छोटे से, पर सरहद के सूबे की कचहरी में गज के फतेह बुलाते सी, तां उहदा उच्चा नाम लिया जाता महापुरख का बाबा फतेह सिंह साहब जी का। छोटी उम्र के कुर्बानियां वड्डियां कीतियां, सरहद के सूबे के सामने खलो के वड्डे वड्डे कंबल लग पैंदे सी। वो निरा ही तैत सी, उहदा हुलिया लग्या मधरे जे कद वाला, काले जे रंग वाला, जिन्हों आ लोग माता कहते ना केच खसरा जिहा, ओहदी बीमारी हुई सी उहनूं, ते ओहदे चेहरे के उत्ते सारे वो माता के दाग सी, वड्डे वड्डे दंद ओहदे। निरा ही बैठा उत्ते सामने सिंघासन ते वो दैंत लगदा सी राक्ष, सरहद का सूबा वजीर खां, उहदे सामने आकर के वड्डे वड्डे थर थर कंबदे सी। पर बाबा फतेह सिंह जी ते बाबा जोरावर सिंह जी उत्ते गज गज के फतेह बुलाते रहे। इस करके वो गुरु के सिंह तां बाबा फतेह सिंह जी का उच्ची नाम लेंदे कि उन्हां दीयां उच्चियां कुर्बानियां, उन्हां दी हस्ती उच्ची, उन्हां दा नाम भी उच्चा गूंजदा। तो ऐसी साध संगत जी ऐसा उत्थे वेखिया जिस वेले कहते जिवें जिवें धन भेजदा बहादुर शाह के लंगर दे विच उवें उवें आवाज़ां उच्चियां आउंदियां, उस तरह ही आवाज़ वधदी जाती है। दया सिंह पहुंचो किस कारण, प्यारे दया सिंह जी पहुंच गए किसी कारण, ये प्रसंग सब दीने उचार। बहादुर शाह ने कहते भी ये सारा प्रसंग दसिया प्यारे दया सिंह जी नूं। कहते मैं तो जानिया भी खालसा भुखा रहिंदा, भी रसन पानी पूरा नहीं मिलता, तां मैं धन भेजदा हाँ। उसे उसे तरह ही कहता भी ये तो रौला क्यों जी मचदा रहिंदा है, मैं तो बहुत वधीक सुनदा हाँ। ये की कारण है मैनू दस देवो। दया सिंह तब कहियो सुना, प्यारे दया सिंह जी ने उस वेले सुना के आख्या, पंथ खालसे मैं बट रौला। खालसे पंथ दे विच महाराज ने वीर रस ही ऐसा रखिया वा
ਇਹਨੂੰ ਤੇਜ ਤਿਆਰਾ ਹੀ ਐਸਾ ਸਾਵਧਾਨ ਇਹਨੂੰ ਕੀਤਾ ਖਾਲਸੇ। ਖਾਲਸੇ ਦੇ ਵਿੱਚ ਇਸੇ ਤਰ੍ਹਾਂ ਆਵਾਜ਼ੇ ਆਉਂਦੇ ਰਹਿਣੇ ਹਨ। ਬਚਨ ਸੁਟੀ ਸਿਰ ਮੋਰਾ। ਇਹ ਸੋਢੀ ਕੋਲ ਦੇ ਸਿਰ ਮੌਰ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਕਿ ਇਹ ਖਾਲਸਾ ਤਿਆਰ ਪਰ ਤਿਆਰ ਹੀ ਰਹੂਗਾ। ਇਸੇ ਤਰ੍ਹਾਂ ਜਕਾਰੇ ਕੱਢਣਗੇ ਖਾਲਸੇ ਦੇ। ਜਿੱਥੇ ਖਾਲਸੇ ਦਾ ਦਾਲ ਹੋਊਗਾ ਉੱਥੋਂ ਆਵਾਜ਼ਾਂ ਆਉਂਦੀਆਂ ਹੀ ਰਹਿਣਗੀਆਂ। ਇੱਥੇ ਜਿੱਥੇ ਫਿਰ ਖਾਲਸੇ ਦਾ ਪੜਾਅ ਉਤਰਦਾ ਹੈ ਨਾ, ਤੇ ਅੰਮ੍ਰਿਤ ਵੇਲੇ ਅੱਜ ਕੱਲ੍ਹ ਤੇ ਸਪੀਕਰ ਆ ਗਏ, ਪਹਿਲਾਂ ਕਿਹੜਾ ਸਪੀਕਰ ਹੁੰਦੇ ਸੀ, ਤੇ ਹੁਣ ਤਾਂ ਸਪੀਕਰ ਆ ਕੇ ਤੇ ਜਦੋਂ ਪਹਿਲਾਂ ਅੰਮ੍ਰਿਤ ਵੇਲੇ ਨਿਤਨੇਮ ਸ਼ੁਰੂ ਕਰਨਾ ਨਾ ਸਿੰਘਾਂ ਨੇ, ਪਹਿਲਾਂ ਜਕਾਰਾ ਹੀ ਬੁਲਾਉਣਾ ਵਾ, ਫਿਰ ਜਕਾਰਾ ਬੁਲਾ ਕੇ ਤੇ ਫਿਰ ਨਿਤਨੇਮ ਸ਼ੁਰੂ ਕਰਨਾ। ਇੱਕ ਬਾਣੀ ਪੜ੍ਹੀ ਫਿਰ ਫਤਿਹ ਬੁਲਾਉਣੀ ਹੈ, ਦੂਜੀ ਬਾਣੀ ਦਾ ਨਿਤਨੇਮ ਸਮਾਪਤ ਕੀਤਾ ਜਾਪ ਸਾਹਿਬ ਦਾ, ਫਿਰ ਫਤਿਹ ਬੁਲਾਉਣੀ ਹੈ, ਸਵਈਏ ਪੜ੍ਹੇ ਫਿਰ ਸਮਾਪਤੀ ਤੇ ਫਤਿਹ ਬੁਲਾਉਣੀ। ਔਰ ਇਸੇ ਤਰ੍ਹਾਂ ਚੌਥੀ ਬਾਣੀ ਪੜ੍ਹੀ ਹੈ ਚੌਪਈ ਸਾਹਿਬ, ਫਿਰ ਉਹਦੀ ਸਮਾਪਤੀ ਤੇ ਫਤਿਹ ਬੁਲਾਉਣੀ। ਪੰਜਵੀਂ ਪੜ੍ਹੀ ਫਿਰ ਫਤਿਹ ਬੁਲਾਉਣਾ। ਜਦੋਂ ਪੰਜ ਪਿਆਰੇ ਅੰਮ੍ਰਿਤ ਵੀ ਤਿਆਰ ਕਰਦੇ ਨਾ ਪੰਜ ਬਾਣੀਆਂ ਦਾ, ਇੱਕ ਇੱਕ ਬਾਣੀ ਤੋਂ ਮਗਰੋਂ ਫਤਿਹ ਬੁਲਾਉਂਦੇ ਆ। ਤੋ ਇਸ ਕਰਕੇ ਇਹ ਖਾਲਸੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮਰਿਆਦਾ ਰੱਖੀ ਹੈ। ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਆ। ਇਹ ਖਾਲਸਾ ਢਿੱਲਾ ਮੱਠਾ ਨਹੀਂ, ਇਹ ਸੁਸਤ ਨਹੀਂ, ਵੀ ਵੀ ਖਾਲਸਾ ਉਤਰਿਆ ਉੱਤੇ ਆਵਾਜ਼ ਹੀ ਕੋਈ ਨਹੀਂ ਆਊਗੀ। ਇਹ ਜਿੱਥੇ ਖਾਲਸਾ ਉੱਥੋਂ ਆਵਾਜ਼ਾਂ ਆਉਣੀਆਂ ਹੀ ਆਉਣੀਆਂ ਹਨ। ਇਹ ਮਹਾਰਾਜ ਦਾ ਬਚਨ ਵਾ, ਇਸ ਕਰਕੇ ਖਾਲਸੇ ਦੇ ਵਿੱਚੋਂ ਇਹ ਹੁਣ ਆਵਾਜ਼ਾਂ ਨਹੀਂ ਮਿਟ ਸਕਦੀਆਂ। ਇਹ ਤਾਂ ਇੱਕ ਇਕੱਲਾ ਹੀ ਹੋਵੇ ਤੇ ਉੱਥੇ ਇਕੱਲਾ ਹੀ ਜਕਾਰੇ ਬੁਲਾਈ ਜਾਂਦਾ ਵਾ, ਇੱਥੇ ਤਾਂ ਫਿਰ 2200 ਤੋਂ ਵਧੇਗਾ। ਇਹ ਤਾਂ ਇੱਕ ਜਣਾ ਹੀ ਹੋਵੇ ਤੇ 1.25 ਲੱਖ ਦੇ ਬਰਾਬਰ ਆ, ਤੇ ਜਿੱਥੇ ਇੰਨਾ ਉਤਰੇ ਉੱਥੋਂ ਕੌਣਾ ਰੌਲਾ ਮਚੇਗਾ। ਇਸ ਕਰਕੇ ਸ਼ੋਰ ਹੁੰਦਾ ਹੀ ਰਹਿਣਾ ਹੈ, ਵੱਡਾ ਖਾਲਸੇ ਵਿੱਚ ਇਹ ਵਰਤਾਰਾ ਵਰਤਦਾ ਰਹਿਣਾ ਹੈ। ਇਹ ਸਭ ਗੱਲਾਂ ਸੁਣ ਕਰਕੇ ਬਚਨ ਸੁਣ ਕੇ ਪਿਆਰੇ ਦਇਆ ਸਿੰਘ ਤੋਂ ਤੇ ਹੈਰਾਨ ਹੋ ਗਿਆ ਬਹਾਦਰ ਸ਼ਾਹ। ਜਾਣਿਆ ਵੀ ਇਹ ਗੁਰੂ ਸਾਹਿਬ ਦੇ ਪਾਸ ਵੱਡਾ ਦਾਲ ਹੈ ਤਾਂ ਰੌਲਾ ਮਚਦਾ, ਵੱਡੀ ਫੌਜ ਹੈ, ਇਸ ਕਰਕੇ ਇੰਨੀ ਵੱਡੀ ਫੌਜ ਹੈ ਤੇ ਫਿਰ ਆਵਾਜ਼ੇ ਤੇ ਆਉਂਦੇ ਹੀ ਰਹਿਣੇ। ਤੋ ਸਾਧ ਸੰਗਤ ਜੀ, ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਨਿਆਰਾ ਹੀ ਕਰ ਦਿੱਤਾ। ਜਿਵੇਂ ਗੁਰਬਾਣੀ 'ਚ ਬਚਨ ਆਉਂਦਾ ਨਾ ਕਿ ਇੱਕ ਸੰਸਾਰੀ ਹੈ ਤੇ ਇੱਕ ਭਗਤ ਵਾ, ਤੇ ਭਗਤ ਦਾ ਸੰਸਾਰੀ ਨਾਲ ਤਾਲਮੇਲ ਹੀ ਨਹੀਂ ਬੈਠਦਾ। ਸੰਸਾਰੀ ਆਪਣੇ ਤਰੀਕੇ ਨਾਲ ਸੋਚਦਾ, ਭਗਤ ਆਪਣੇ ਤਰੀਕੇ ਦੇ ਨਾਲ ਵਿਚਾਰਦਾ। ਸੰਸਾਰੀ ਉਹ ਆ ਜਿਹਦਾ ਸੰਸਾਰ ਦੇ ਨਾਲ ਮੋਹ ਆ, ਤੇ ਭਗਤ ਉਹ ਆ ਜਿਹਦਾ ਨਿਰੰਕਾਰ ਦੇ ਨਾਲ ਪ੍ਰੇਮ ਆ। ਰਹਿੰਦਾ ਉਹ ਵੀ ਇੱਥੇ ਹੀ ਆ। ਇਹ ਨਹੀਂ ਕਿ ਭਗਤ ਕਿਤੇ ਕਿਨਾਰੇ ਤੇ ਹੋਵੇਗਾ, ਸੰਸਾਰੀ ਕਿਸੇ ਕਿਨਾਰੇ ਤੇ ਹੋਵੇਗਾ। ਐਸਾ ਵੀ ਹੋ ਸਕਦਾ ਇੱਕ ਪਿਤਾ ਹੋਵੇ ਤੇ ਪੁੱਤਰ ਹੋਵੇ। ਪਿਤਾ ਸੰਸਾਰੀ ਹੋਵੇ ਤੇ ਪੁੱਤਰ ਭਾਵੇਂ ਭਗਤ ਹੋਵੇ, ਜਾਂ ਪਿਤਾ ਭਗਤ ਹੋਵੇ ਤੇ ਪੁੱਤਰ ਸੰਸਾਰੀ ਹੋਵੇ। ਇੱਕੇ ਘਰ ਦੇ ਵਿੱਚ, ਇੱਕੇ ਪਰਿਵਾਰ ਵਿੱਚ ਇਹ ਦੋਵੇਂ ਹੋ ਸਕਦੇ, ਤੇ ਫਿਰ ਉੱਥੇ ਨਹੀਂ ਤਾਲਮੇਲ ਬੈਠਦਾ। ਸੰਸਾਰੀ ਜਿਹੜਾ ਕਹਿੰਦਾ ਵੀ ਆਪਾਂ ਸੰਸਾਰੀ ਤਰੀਕੇ ਨਾਲ ਚੱਲ ਗਏ, ਉਹ ਕਹਿੰਦਾ ਲੋਕ ਲਾਜ ਵੀ ਰੱਖਣੀ ਪੈਣੀ ਆ, ਆਪਾਂ ਵੀ ਕਰ ਲਈਏ। ਕਹਿੰਦਾ ਵੀ ਪਾਠ ਕਰਾ ਲਈਏ ਸ੍ਰੀ ਸਹਿਜ ਪਾਠ ਦਾ, ਜਾਂ ਅਖੰਡ ਪਾਠ ਸਾਹਿਬ ਕਰਾਈਏ, ਜਾਂ ਸੁਖਮਨੀ ਸਾਹਿਬ ਤੇ ਕਰਾਈਏ, ਤੇ ਕਹਿੰਦਾ ਵੀ ਹੁਣ ਸ਼ਾਮ ਨੂੰ ਸ਼ਰਾਬ ਵੀ ਪਿਆਉਣੀ ਪੈਣੀ। ਇਹ ਸੰਸਾਰੀ ਦੀ ਸੋਚ। ਉਹ ਕਹਿੰਦਾ ਵੀ ਆਪਾਂ ਦੋਵਾਂ ਨੂੰ ਰਾਜੀ ਰੱਖ ਲਈਏ। ਹੁੰਦੇ ਨਹੀਂ ਦੋਵੇਂ ਰਾਜੀ, ਰਾਜੀ ਤਾਂ ਇੱਕ ਹੀ ਹੋਊਗਾ, ਜਾਂ ਮਹਾਰਾਜ ਸਾਹਿਬ ਜੀ ਨੂੰ ਖੁਸ਼ ਕਰ ਜਾਂ ਸੰਸਾਰ ਨੂੰ ਖੁਸ਼ ਕਰ। ਕਹਿੰਦਾ ਨਹੀਂ, ਪਹਿਲਾਂ ਪਾਠ ਕਰਾ ਲਈਏ 12 ਵਜੇ ਤੋਂ ਪਹਿਲੋਂ, ਬਾਅਦ ਵਿੱਚ ਫਿਰ ਦੂਜੇ ਰਿਸ਼ਤੇਦਾਰ ਆ ਜਾਣੇ ਆ, ਸਹੁਰੇ ਪਰਿਵਾਰ ਵਾਲੇ, ਸ਼ਾਮ ਨੂੰ ਦੂਜੀ ਪਾਰਟੀ ਚੱਲ ਜਾਊਗੀ। ਦੋਵੇਂ ਕੰਮ ਹੀ ਚਲਾਈ ਜਾਂਦਾ ਸੰਸਾਰੀ। ਜਿਹੜਾ ਭਗਤ ਉਹ ਕਹਿੰਦਾ ਵੀ ਸੰਸਾਰ ਰੁੱਸਦਾ ਤੇ ਰੁੱਸੀ ਜਾਵੇ, ਆਪਾਂ ਤੇ ਗੁਰੂ ਮਹਾਰਾਜ ਦੇ ਚਰਨਾਂ ਦਾ ਲੈਣਾ ਉਹ ਆਸਰਾ। ਭਾਵੇਂ ਰਿਸ਼ਤੇਦਾਰ ਰੁੱਸ ਜਾਵੇ, ਭਾਵੇਂ ਮਾਮਾ ਰੁੱਸ ਜਾਵੇ, ਭਾਵੇਂ ਪ੍ਰਾਹੁਣਾ ਰੁੱਸ ਜਾਵੇ, ਭਾਵੇਂ ਫੁੱਫੜ ਰੁੱਸ ਜਾਵੇ, ਭਾਵੇਂ ਜਿਹੜਾ ਮਰਜ਼ੀ ਰੁੱਸ ਜਾਵੇ, ਭਾਵੇਂ ਸਾਰੇ ਨਾ ਆਉਣ, ਕਹਿੰਦਾ ਆਪਾਂ ਤਾਂ ਨਹੀਂ ਗਾ ਮਰਿਆਦਾ 'ਚ ਫਰਕ ਪਾਉਣ ਦੇਣਾ। ਪਾਠ ਹੋਊਗਾ ਘਰ ਦੇ ਵਿੱਚ ਤੇ ਸ਼ਰਾਬ ਨਹੀਂ ਇੱਥੇ ਵੜੂ। ਭਗਤ ਹੁਣ ਵੀ ਹੈਗੇ ਨੇ ਤੇ ਵੀ ਭਗਤ ਹੁਣ ਨਹੀਂ ਹੈ। ਜਿਹੜਾ ਗੁਰੂ ਕੀ ਮਰਿਆਦਾ ਤੇ ਪਹਿਰਾ ਦਿੰਦਾ ਵਾ, ਨਾਮ ਬਾਣੀ ਦੇ ਉੱਤੇ ਚੱਲਦਾ ਵਾ, ਉਹ ਭਗਤ ਹੀ ਆ ਗੁਰੂ ਦਾ। ਜਿਹੜਾ ਸੰਸਾਰ ਦੇ ਰੀਤੀ ਤੇ ਚੱਲਦਾ ਵਾ, ਗੁਰੂ ਮਹਾਰਾਜ ਦੀ ਮਰਿਆਦਾ ਨੂੰ ਪਿੱਠ ਦਿੰਦਾ, ਉਹ ਸੰਸਾਰੀ ਕਹਿੰਦਾ ਵਾ ਕਿ ਸੰਸਾਰੀ ਪਦਾਰਥ ਬਹੁਤਾ ਇਕੱਠਾ ਹੋਵੇ, ਭਗਤ ਕਹਿੰਦਾ ਨਾਮ ਧਨ ਜ਼ਿਆਦਾ ਇਕੱਠਾ ਹੋਵੇ। ਫਿਰ ਇਸ ਨੂੰ ਮਹਾਰਾਜ ਨੇ ਆਖਿਆ ਭਗਤਾ ਤੈਸੈ ਸਾਰੀਆਂ, ਭਗਤਾ ਤੈਸੈ ਸਾਰੀਆਂ, ਜੋੜ ਕਦੇ ਨਾ ਆਏ
ਜੋੜ ਕਦੇ ਨਾ ਆਇਆ, ਜੋੜ ਕਦੇ ਨਾ ਆਇਆ, ਜੋੜ ਕਦੇ ਨਾ ਆਇਆ। ਨਾ ਤੇ ਪਿੱਛੇ ਕਦੀ ਜੋੜ ਆਇਆ ਤੇ ਨਾ ਅੱਗੇ ਜੋੜ ਆ ਸਕਦਾ ਭਗਤ ਦਾ ਤੇ ਸੰਸਾਰੀ। ਭਗਤ ਨੇ ਆਪਣੇ ਤਰੀਕੇ ਨਾਲ ਚੱਲਣਾ, ਸੰਸਾਰੀ ਨੇ ਆਪਣੇ ਤਰੀਕੇ ਨਾਲ ਚੱਲਣਾ, ਇਹੀ ਗੱਲ ਆ। ਬਾਕੀ ਜਿਹੜਾ ਸੰਸਾਰ ਵਾ ਉਹ ਸੰਸਾਰੀ ਤਰੀਕੇ ਨਾਲ ਚੱਲਦਾ, ਤੇ ਜਿਹੜਾ ਖਾਲਸਾ ਹੈ ਗੁਰੂ ਗੋਬਿੰਦ ਸਿੰਘ ਦਾ ਭਗਤ ਆ, ਇਹ ਅਕਾਲ ਪੁਰਖ ਦਾ ਭਗਤ ਆ। ਤੇ ਖਾਲਸੇ ਦੀ ਬੋਲੀ ਵੱਖਰੀ, ਖਾਲਸੇ ਦਾ ਬਾਣਾ ਵੱਖਰਾ, ਖਾਲਸੇ ਦੇ ਜਕਾਰੇ ਵੱਖਰੇ, ਖਾਲਸੇ ਦੀ ਰਹਿਣੀ ਵੱਖਰੀ, ਖਾਲਸੇ ਦੀ ਬਹਿਣੀ ਵੱਖਰੀ, ਇਹਦਾ ਸਾਰਾ ਕੁਝ ਹੀ ਵੱਖਰਾ। ਤੇ ਸੰਸਾਰ ਜਿਹੜਾ ਵਾ ਉਹ ਵੇਖ ਕੇ ਕਈ ਤੇ ਹੈਰਾਨ ਜੇ ਵੀ ਹੁੰਦੇ ਖਾਲਸੇ ਵਾਲੇ ਵੇਖ ਕੇ, ਉਹ ਕਹਿੰਦੇ ਕਿ ਇਹ ਹਾਲੇ ਵੀ ਉਸ ਤਰ੍ਹਾਂ ਹੀ ਰਹਿੰਦੇ ਆ। ਕਹਿੰਦੇ ਉਦੋਂ ਤੇ ਮਜਬੂਰੀ ਸੀ ਇਸ ਤਰ੍ਹਾਂ ਰਹਿਣ ਦੀ, ਹੁਣ ਵੀ ਇਸੇ ਤਰ੍ਹਾਂ ਰਹਿੰਦੇ। ਕਈ ਕਹਿੰਦੇ ਕਿ ਜਿਹੜਾ ਖਾਲਸੇ ਨੂੰ ਬਾਣਾ ਦਿੱਤਾ ਨਾ ਮਹਾਰਾਜ ਸਾਹਿਬ ਜੀ ਨੇ, ਇਹ ਮਹਾਰਾਜ ਨੇ ਆਖਿਆ ਇਹ ਅਕਾਲੀ ਬਾਣਾ, ਇਹ ਅਕਾਲ ਪੁਰਖ ਦਾ ਬਾਣਾ। ਇਹ ਖਾਲਸੇ ਦਾ ਜਿਹੜਾ ਬਾਣਾ ਹੈ ਇਹ ਮਹਾਰਾਜ ਕਹਿੰਦੇ ਬਾਦਸ਼ਾਹ ਦਾ ਬਾਣਾ। ਜਿਹੜਾ ਬਾਣਾ ਆਪ ਗੁਰੂ ਸਾਹਿਬ ਨੇ ਪਹਿਲਾਂ ਉਹ ਖਾਲਸੇ ਨੂੰ ਬਖਸ਼ਿਆ। ਤੋ ਐਸੇ ਗਰੀਬ ਨਵਾਜ ਸਾਹਿਬ ਜੀ ਨੇ ਤੇ ਬਚਨ ਵੀ ਕਹਿ ਦਿੱਤੇ ਵੀ ਜੇ ਵਿੱਚ ਰਲ ਮਿਲ ਗਿਆ ਨਾ ਫਿਰ ਨਹੀਂ ਸਾਡਾ ਤੇਜ ਮਿਲਦਾ। ਤੇਜ ਪ੍ਰਤਾਪ ਉਹਨਾਂ ਚਿਰ ਆ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਪੇ ਕਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਕ। ਜਦੋਂ ਇਹ ਨਿਆਰਾ ਵਾ ਆਪਣੀ ਰਹਿਤ ਮਰਿਆਦਾ 'ਚ ਰਹਿੰਦਾ ਵਾ, ਇਹਦਾ ਖਾਣਾ ਪੀਣਾ ਵੱਖਰਾ, ਇਹਦਾ ਸਾਰਾ ਕੁਝ ਹੀ ਵੱਖਰਾ, ਇਹਦਾ ਉੱਠਣਾ ਵੀ ਵੱਖਰਾ, ਇਹਦਾ ਸੌਣਾ ਵੀ ਵੱਖਰਾ। ਦੁਨੀਆ ਦੇ ਲੋਕ ਉਦੋਂ ਘਰਾੜੇ ਮਾਰਦੇ ਹੁੰਦੇ ਆ, ਉਹਨੇ ਚਿਰ ਨੂੰ ਇਹ ਬਿਰਤ ਬਾਣੀਆਂ ਦਾ ਦੇਖਣੇ ਨੂੰ ਵੀ ਕਰ ਲੈਂਦਾ ਗੁਰੂ ਕਾ ਖਾਲਸਾ। ਦੁਨੀਆ ਦੇ ਲੋਕ ਸੂਰਜ ਕੜੇ ਉੱਠਦੇ ਫਿਰਦੇ ਆ, ਉਹਨੇ ਚਿਰ ਨੂੰ ਤੇ ਕਿੰਨਾ ਚਿਰ ਹੋ ਗਿਆ ਹੁੰਦਾ ਗੁਰੂ ਕੇ ਖਾਲਸੇ ਨੂੰ ਤੁਰਿਆ ਹੋਏ ਪੰਧ ਮਕਾਉਣ। ਇਹ ਜੀਵਨ ਦਾ ਵੀ ਇੱਕ ਪੰਧ ਹੈ, ਇਹ ਯਾਤਰਾ ਹੈ, ਤੇ ਮਹਾਰਾਜ ਸਾਹਿਬ ਨੇ ਮਰਿਆਦਾ ਹੀ ਐਸੀ ਦਿੱਤੀ ਹੈ। ਤੋ ਫਿਰ ਸ਼ਾਮ ਨੂੰ ਵੀ ਇਹ ਨਿਤਨੇਮ ਦੇ ਵਿੱਚ ਜੁੜਦਾ, ਬਾਣੀ ਦੇ ਵਿੱਚ ਜੁੜਦਾ, ਖਾਲਸੇ ਦੀ ਰੋਹ ਰੀਤੀ ਸਾਰੀ ਵੱਖਰੀ। ਤਾਂ ਇਹ ਮਹਾਰਾਜ ਸਾਹਿਬ ਜੀ ਦੇ ਪਿਆਰੇ ਦਇਆ ਸਿੰਘ ਜੀ ਨੇ ਫਿਰ ਬਹਾਦਰ ਸ਼ਾਹ ਨੂੰ ਸਮਝਾਇਆ ਕਿ ਕਮੀ ਕੋਈ ਨਹੀਂ, ਇਹ ਨਾ ਕਿ ਤੂੰ ਵੀ ਖਾਲਸੇ ਨੂੰ ਕੋਈ ਘਾਟਾ ਤੋਟਾ ਵਾ, ਇਹਨੂੰ ਘਾਟਾ ਕੋਈ ਨਹੀਂ। ਪਰ ਇਹ ਖਾਲਸੇ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਸ਼ੋਰ ਚਰਾਪਾ, ਇਹ ਆਵਾਜ਼ਾਂ ਆਉਂਦੀਆਂ ਰਹਿਣੀਆਂ ਹਨ। ਉਹਦਾ ਧੰਨ ਕਹਿੰਦੇ ਫਿਰ ਬਹਾਦਰ ਸ਼ਾਹ ਭੇਜਦਾ ਰਿਹਾ। ਤੇ ਗੁਰੂ ਦਾ ਲੰਗਰ ਬਹੁਤ ਵੱਡਾ ਖੁੱਲਾ ਵਰਤਦਾ ਹੈ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਸੱਚਖੰਡ ਬਿਆਨੀ ਕਰਨ ਦਾ ਜੋ ਸਮਾਂ ਹੈ, ਜਾਣਿਆ ਮਹਾਰਾਜ ਸਾਹਿਬ ਜੀ ਨੇ ਵੀ ਇਹ ਸਮਾਂ ਹੁਣ ਨੇੜੇ ਆ ਰਿਹਾ ਹੈ, ਨੇੜੇ ਆ ਗਿਆ ਹੈ। ਤੇ ਮਾਤਾ ਸਾਹਿਬ ਦੇਵ ਕੌਰ ਜੀ ਮਹਾਰਾਜ ਸਾਹਿਬ ਜੀ ਦੇ ਪਾਸ ਰਹਿੰਦੇ ਹਨ, ਕਿਉਂਕਿ ਆਪਣੇ ਮਹਿਲ ਮਾਤਾ ਸੁੰਦਰ ਕੌਰ ਜੀ ਨੂੰ ਮਹਾਰਾਜ ਦਿੱਲੀ ਛੱਡ ਕੇ ਗਏ ਸੀ। ਤੇ ਮਾਤਾ ਸਾਹਿਬ ਕੌਰ ਜੀ ਨੂੰ ਨਾਲ ਉਹਨਾਂ ਨੇ ਬੇਨਤੀ ਕੀਤੀ ਸੀ, ਫਿਰ ਉਹਨਾਂ ਨੂੰ ਨਾਲ ਹੀ ਲੈ ਗਏ ਸਨ ਮਹਾਰਾਜ ਸਾਹਿਬ। ਉਹਨਾਂ ਬੇਨਤੀ ਕੀਤੀ ਸੀ, ਮਹਾਰਾਜ ਮੈਂ ਤੇ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਹੀ ਨਹੀਂ ਛੱਡਦਾ, ਆਪ ਜੀ ਦੇ ਪਹਿਲਾਂ ਦਰਸ਼ਨ ਕਰਕੇ ਫਿਰ ਮੈਂ ਪ੍ਰਸ਼ਾਦਾ ਛੱਡਦੀ, ਤੇ ਕਿਰਪਾ ਕਰੋ ਮੈਨੂੰ ਨਾਲ ਹੀ ਲੈ ਜਾਓ। ਫਿਰ ਮਹਾਰਾਜ ਨਾਲ ਹੀ ਲੈ ਗਏ ਸਨ। ਤੇ ਮਾਤਾ ਜੀ ਦਾ ਸਥਾਨ ਹੈ ਹਜ਼ੂਰ ਸਾਹਿਬ ਗੋਦਾਵਰੀ ਦੇ ਕੰਢੇ ਤੇ, ਔਰ ਜਿਹੜੀਆਂ ਸੰਗਤਾਂ ਨੇ ਸੱਚਖੰਡ ਹਜ਼ੂਰ ਸਾਹਿਬ ਦੇ ਯਾਤਰਾ ਕੀਤੀ ਹੋਵੇਗੀ, ਦਰਸ਼ਨ ਕੀਤੇ ਹੋਣਗੇ ਮਾਤਾ ਜੀ ਦੇ ਸਥਾਨ ਤੇ ਵੀ ਗਏ ਹੋਣਗੇ, ਉੱਥੇ ਮਾਤਾ ਜੀ ਦਾ ਪੜਾਅ ਰਹਿੰਦਾ ਸੀ। ਮਹਾਰਾਜ ਸਾਹਿਬ ਜੀ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸਨ। ਤਾਂ ਉਸ ਥਾਂ ਦੇ ਉੱਤੇ ਫਿਰ ਹੁਣ ਵੀ ਖਾਲਸੇ ਦਾ ਪਹਿਰਾ, ਬੁੱਢੇ ਦਲ ਦੀ ਸੇਵਾ ਰਹੀ ਉਸ ਸਥਾਨ ਤੇ। ਖਾਲਸੇ ਦੇ ਦੋ ਦਲ, ਇੱਕ ਬੁੱਢਾ ਦਲ ਤੇ ਦੂਜਾ ਤਰਨਾ ਦਲ। ਔਰ ਪਹਿਲਾਂ ਜਥੇਦਾਰ ਵੀ ਸ੍ਰੀ ਅਕਾਲ ਤਖਤ ਸਾਹਿਬ ਬੁੱਢੇ ਦਲ ਵਿੱਚ ਹੀ ਰਹਿੰਦੇ ਰਹੇ ਗੁਰਮੁਖਿਆ। ਔਰ ਇਸੇ ਤਰ੍ਹਾਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵੀ ਸੇਵਾਵਾਂ ਨਿਭਾਈਆਂ ਛੇਵੇਂ ਮਹਾਰਾਜ ਸਾਹਿਬ ਜੀ ਦੇ ਸਮੇਂ। ਜਿਸ ਮੌਕੇ ਤੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਉਦੋਂ ਭਾਈ ਗੁਰਦਾਸ ਸਾਹਿਬ ਜੀ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਸੇਵਾਵਾਂ ਨਿਭਾਈਆਂ।
बाद ਵਿੱਚ ਸਮੇਂ ਨਾਲ ਜਦੋਂ ਖਾਲਸੇ ਦੇ ਦਲ ਬਣੇ, ਬੁੱਢਾ ਦਲ ਤੇ ਕਰਨਾ ਦਲ, ਤੇ ਉਸ ਮੌਕੇ ਤੇ ਫਿਰ ਇਹਨਾਂ ਸਥਾਨਾਂ ਦੀ ਸੇਵਾਵਾਂ ਇਹ ਬੁੱਢੇ ਦਲ ਨੇ ਕਰਨੇ ਦਲ ਨੇ ਕੀਤੀਆਂ। ਔਰ ਬਾਬਾ ਫੂਲਾ ਸਿੰਘ ਜੀ ਅਕਾਲੀ ਉਹ ਵੀ ਬੁੱਢੇ ਦਲ ਦੇ ਜਥੇਦਾਰ ਸਨ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਇਸੇ ਤਰੀਕੇ ਨਾਲ ਹੋਰ ਵੀ ਜਥੇਦਾਰ ਬੁੱਢੇ ਦਲ ਦੇ ਬਹੁਤ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ, ਗੁਰਮੁਖ ਪਿਆਰੇ ਮਹਾਂਪੁਰਖ, ਮਹਾਨ ਉੱਚੇ ਸੁੱਚੇ ਜੀਵਨ ਵਾਲੇ ਹੋਏ। ਤੇ ਬਾਬਾ ਫੂਲਾ ਸਿੰਘ ਜੀ ਅਕਾਲੀ, ਉਹਨਾਂ ਦਾ ਸਾਧ ਸੰਗਤ ਜੀ 1823 ਈਸਵੀ ਨੂੰ ਸ਼ਹਾਦਤ ਹੋਈ ਸੀ, ਅਕਾਲ ਚਲਾਣਾ ਹੋਇਆ ਸੀ 62 ਸਾਲ ਦੀ ਉਮਰ ਦੇ ਵਿੱਚ। ਤੇ ਅਗਲੇ ਸਾਲ ਉਹਨਾਂ ਦਾ 200 ਸਾਲਾ ਆਵੇਗਾ ਸ਼ਹੀਦੀ ਦਿਹਾੜਾ, ਤੇ ਖਾਲਸਾ ਪੰਥ ਮਨਾਵੇਗਾ 200 ਸਾਲਾ ਸ਼ਹੀਦੀ ਦਿਹਾੜਾ ਅਗਲੇ ਸਾਲ 2023 ਦੇ ਵਿੱਚ। 22 ਚੱਲ ਰਿਹਾ, 23 ਦੇ ਵਿੱਚ ਆਵੇਗਾ। ਇਸੇ ਤਰ੍ਹਾਂ ਉਸ ਸਥਾਨ ਦੇ ਉੱਤੇ ਮਾਤਾ ਜੀ ਦਾ ਨਿਵਾਸ ਸੀ। ਬਾਅਦ ਵਿੱਚ ਫਿਰ ਬੁੱਢੇ ਦਲ ਦੇ ਵਿੱਚ ਮਹਾਂਪੁਰਖ ਹੋਏ ਸੰਤ ਬਾਬਾ ਮਿੱਤ ਸਿੰਘ ਜੀ, ਉਹਨਾਂ ਨੇ ਉਸ ਸਥਾਨ ਦੀ ਸੇਵਾ ਕੀਤੀ। ਤੇ ਬਾਬਾ ਜੀ ਬਹੁਤ ਪਿਆਰ ਦੇ ਨਾਲ ਉਹਨਾਂ ਦਾ ਜੀਵਨ ਪੜ੍ਹੀਏ। ਬੜੇ ਬਚਨ ਹਨ, ਅਲੌਕਿਕ ਬਚਨ, ਅਨੋਖੇ ਬਚਨ। ਮਾਤਾ ਜੀ ਦੇ ਸਥਾਨ ਤੇ ਉਹ ਮਹਾਂਪੁਰਖ ਸੇਵਾ ਕਰਿਆ ਕਰਦੇ। ਆਪ ਸਾਰੀ ਝਾੜੂ ਦੇਣਾ, ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼, ਕਿਉਂਕਿ ਸੇਵਾ ਹੀ ਉੱਥੇ ਉਹਨਾਂ ਦੀ ਸੀ। ਮਹਾਂਪੁਰਖ ਮਹਾਰਾਜ ਦਾ ਪ੍ਰਕਾਸ਼ ਕਰਨਾ, ਦਸਮ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਨਾਲ, ਔਰ ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਆਪ ਤਿਆਰ ਕਰਨੀ। ਬਾਬਾ ਜੀ ਨਿਤਨੇਮ ਕਰਕੇ ਅਰਦਾਸਾਂ, ਲੰਗਰ ਪਾਣੀ ਤਿਆਰ ਕਰਨਾ, ਬੜੇ ਪਿਆਰ ਦੇ ਨਾਲ, ਸੁਚਮਤਾ ਦੇ ਨਾਲ ਆਪਣੇ। ਇਹ ਮਾਤਾ ਜੀ ਦਾ ਸਥਾਨ ਅੱਜ ਵੀ ਉੱਥੇ ਸਾਧ ਸੰਗਤ ਜੀ ਉਸੇ ਤਰੀਕੇ ਦੇ ਨਾਲ ਸਰਬਲੋ ਦੇ ਵਿੱਚ ਲੰਗਰ ਪਾਣੀ ਤਿਆਰ ਹੁੰਦਾ। ਪੁਰਾਤਨ ਮਹਾਰਾਜ ਸਾਹਿਬ ਜੀ ਦੀ ਚੱਲੀ ਆਉਂਦੀ ਮਰਿਆਦਾ ਦੇ ਅਨੁਸਾਰ ਤੇ ਉਸ ਥਾਂ ਦੇ ਉੱਤੇ ਮਾਤਾ ਜੀ ਦਾ ਨਿਵਾਸ ਸੀ। ਹੁਣ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰਿਆ ਕਿ ਅਸੀਂ ਤੇ ਸੱਚਖੰਡ ਪਿਆਨਾ ਕਰਨਾ, ਤੇ ਸਾਡੇ ਮਹਿਲ ਸਾਹਿਬ ਕੌਰ ਜੀ ਸਾਡੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ। ਇਸ ਕਰਕੇ ਇਹ ਵਿਚਾਰ ਕੀਤੀ ਮਹਾਰਾਜ ਸਾਹਿਬ ਜੀ ਨੇ ਇਹ ਗੁਰ ਸਹਿ ਨਾ ਸਹਾਇ, ਕਿ ਇਹ ਹੁਣ ਇਹ ਸਹਿ ਨਹੀਂ ਸਕਣਗੇ ਕਿ ਸਾਡੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਆ, ਤੇ ਜਦੋਂ ਅਸੀਂ ਸੱਚਖੰਡ ਪਿਆਨਾ ਕਰਕੇ ਤੇ ਸਾਡਾ ਵਿਛੋੜਾ ਸਹਾਰਿਆ ਨਹੀਂ ਜਾਵੇਗਾ ਸਾਡੇ ਧਰਮ ਪਤਨੀ ਸਾਹਿਬ ਕੌਰ ਦੇ ਪਾਸੋਂ। ਜੋ ਕੋਈ ਰਾਮ ਕੋਇ ਭਾਈ ਕਹਿ ਕਥਾ, ਭਾਈ ਰਾਮ ਗੋਇਲ ਸਾਹਿਬ ਜੀ ਇਹ ਕਥਾ ਉਹਨਾਂ ਨੇ ਸਾਰੀ ਕਹੀ ਹੈ। ਉਹ ਕਹਿੰਦੇ ਹਨ ਇਹ ਕਥਾ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਵਿੱਚੋਂ ਸਨ ਭਾਈ ਰਾਮ ਗੋਇਲ ਜੀ। ਦਸ਼ਮੇਸ਼ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਇਹਨਾਂ ਨੇ ਲਾਇਆ ਸੀ। 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕ ਕੇ ਭਾਈ ਰਾਮ ਗੋਇਲ ਸਾਹਿਬ ਬ੍ਰਹਮ ਗਿਆਨੀ ਦਾ ਨਾਮ ਭਾਈ ਗੁਰਬਖਸ਼ ਸਿੰਘ ਹੋਇਆ ਸੀ। ਭਾਈ ਰਾਮ ਗੋਇਲ ਸਾਹਿਬ ਜੀ ਕਥਾ ਸੁਣਾਉਂਦੇ ਹਨ। ਸੋਮ ਸ਼੍ਰੋਤਾ ਬੀਤੀ ਸ਼ੁਭ ਜਥਾ, ਕਹਿੰਦੇ ਸਰੋਤਾ ਜਨੋ ਇਹ ਸ਼ੁਭ ਕਥਾ ਸੁਣੋ ਜਿਵੇਂ ਬੀਤੀ, ਜਿਵੇਂ ਹੋਈ ਹੈ। ਕਹਿੰਦੇ ਮੈਂ ਵੀ ਅਬਚਲ ਨਗਰ ਮਹਾਰਾਜ ਸਾਹਿਬ ਦੇ ਨਾਲ ਜਾਂਦਾ ਸਾਂ। ਕਹਿੰਦੇ ਮੈਂ ਵੀ ਗੁਰੂ ਸਾਹਿਬ ਜੀ ਦਾ ਸੰਗ ਨਹੀਂ ਛੱਡਿਆ, ਗੁਰੂ ਕੀ ਕਾਂਸ਼ੀ ਤੋਂ ਮੈਂ ਵੀ ਮਹਾਰਾਜ ਸਾਹਿਬ ਜੀ ਦੇ ਨਾਲ ਹੀ ਉਸ ਵੇਲੇ ਗਿਆ। ਮੇਰੀ ਮਾਤਾ ਨੂੰ ਪਤਾ ਲੱਗਾ, ਬਜ਼ੁਰਗ ਮਾਤਾ ਨੂੰ, ਤੇ ਉਹ ਪਿੱਛੇ ਆ ਗਈ ਦੌੜ ਕੇ ਕਿ ਉਧਰ ਨੂੰ ਪੁੱਛਦੀ ਪਛਾਉਂਦੀ ਵੀ ਮਹਾਰਾਜ ਸਾਹਿਬ ਕਿਧਰ ਨੂੰ ਗਏ ਆ। ਦੱਖਣ ਵੱਲ ਨੂੰ ਮਾਤਾ ਚਲੇ ਗਏ ਪਿੱਛੇ। ਕਿੰਨੀ ਦੂਰ ਮਾਤਾ ਜੀ ਆ ਕਰਕੇ ਉੱਥੇ ਮਿਲ ਪਏ। ਤੇ ਦਸ਼ਮੇਸ਼ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਸਾਡੇ ਮਾਤਾ ਜੀ ਨੇ। ਭਾਈ ਰਾਮਪੁਰ ਸਾਹਿਬ ਕਹਿੰਦੇ ਵੀ ਮੇਰੇ ਮਾਤਾ ਜੀ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਫਿਰ ਬੇਨਤੀ ਕੀਤੀ, ਇੱਕ ਪੁੱਤਰ ਹੈ ਮੇਰੇ ਨਗਾਰੀ, ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਇੱਕੋ ਹੀ ਪੁੱਤਰ ਹੈ ਮੇਰੇ ਘਰ ਦੇ ਵਿੱਚ। ਦੇਸ਼ ਦੂਰ ਹੈ ਜਾਣਾ, ਤੇ ਆਪ ਜੀ ਨੇ ਦੱਖਣ ਦੇਸ਼ ਵਿੱਚ ਦੂਰ ਜਾਣਾ ਹੈ। ਰਸਤੇ ਵਿੱਚ ਮਿਲੇ ਸੀ ਨਾ ਮਾਤਾ ਜੀ ਜਾ ਕੇ। ਮਹਾਰਾਜ ਇੱਥੋਂ ਦੇਖਦੇ ਮੈਂ ਭੱਜ ਦੌੜ ਕਰਕੇ ਆ ਗਈ ਹਾਂ, ਰਾਹ ਵਿੱਚ ਆ ਮਿਲੀ ਹਾਂ
पर जिथे तुसी दक्षिण विच जाना है, ये हुण अपनी पहली गल सुणाउंदे ना भाई रामचंद्र साहब कि महाराज उत्थे मैं किवें आ करके अपने पुत्र नूं वेखां जी। उत्थे तां वेखना दूर रह गया, सुणीए ना कन्नां विच सुणिया भी नहीं जाना, उत्थों आवाज़ भी नहीं पहुंचनी है। महाराज इस करके मैनू गरीब जान करके, दीन दुखी जान करके, जदों मैनू कोई दुख पवेगा ते मैनू बजुर्ग नूं कौन संभालेगा? जदों कोई दुख मुसीबत का समा आ गया कि मैं बुढ़ी ठेरी हाँ, बुजुर्ग हाँ, कोई दुख शरीर ते कष्ट आ गया तो मेरा पुत्र तो मैनू संभालेगा, तो पुत्र तुहाडे कोले होना तो मैनू किन्ने संभालना है? पुत्र विछोड़े करके किवें सरेगा? हे कृपा दे समुंदर मेरे ते कृपा करो, मेरा पुत्र मेरे नाल ही तोड़ दिओ, मैनू घर नूं लै जावां। इस तो बाद माता दे बेनती वाले बोल सुने, जानिया कलगीधर पातशाह ने कि पुत्र के स्नेह दे विच बहुत संकट माता ने धारण किया होया, विछोड़े का दुख। इस करके फिर महाराज साहब जी ने भाई राम कौर साहब को आख्या कि तुसीं अपनी माता जी नाल वापसी चले जाओ। तो भाई राम कौर साहब जी ने आख्या मारे मैं मेरा भी नेम है तुहाडे दर्शन करके मैं प्रशादा चलदा, कि कृपा करो। तो महाराज ने आख्या तुसीं भाई साहब चले जाओ अपने नगर विच रमदास, ते जदों शिकार नूं जाया करोगे ना, शिकार के बहाने नाल जंगल नूं जाया करिओ, ते उत्थे जंगल में साडे रोज़ तुहानूं दर्शन होया करनगे। रोज़ जाया करोगे, जदों तुहाडा जी करिया करेगा साडे दर्शन करने वास्ते, उदों जाया करो तो साडे दर्शन प्राप्त होया करनगे। ये महाराज ने वरदान दिता। जिन्ना चिर भाई राम कौर साहब जी शरीर में सलामत रहे, उन्ना चिर फिर रोज़ कलगीधर पातशाह के दर्शन घोड़े ते सवार होकर जाड़ वाल नूं चले जाते, कि महाराज के रोज़ दर्शन होंदे सी उन्हां नूं। ये प्रसंग कल नूं आवेगा कि सारा, इस करके नाल थोड़ी जी बेनती साझी की है। होइयां भुल्लां चुकां दी सतगुरु जी गुर संगत जी खिमा देवी। कल नूं जेठ महीने की संग्रांद का दिहाड़ा है साध संगत जी, और जिथे सवेर नूं आप संगतां ने हाजरियां भरनियां, शाम के विशेष दीवान गुरुद्वारा श्री हठ साहब जी विखे सोदा रहरा साहब जी के पाठ तो आरंभता हो करके 10 बजे तक दीवान सजने हैं। कथा कीर्तन का प्रवाह चलेगा। गुरु घर के कीर्तनी भाई महताब सिंह जी जलंधर वाल विशेष तौर पर पहुँच रहे हैं। गुरु के लंगर भी इतों टवरतनगे। सारिया संगतां ने परिवार समेत कल शाम के दीवान में गुरुद्वारा श्री हठ साहब विखे भी हाजरियां भर के गुरु घर दीयां खुशियां प्राप्त करनियां जी। होइयां भुल्लां दी खिमा देवी, देवो सजणी असीसड़ियां, जो होवे साधु सियां। हे गोबिंद हे गोपाल हे दयाल लाल, प्राणनाथ अनाथ सखे दीन दर्द निवार। हे समर्थ अगम पूरन मोहि मया तार, अंधकूप महाभयान नानक पारे उधार। आए प्रभ शरणागति कृपा निध दयाल, एक अक्षर हर मन बसत नानक होत निहाल। कथा निता प्रत होत है सुनो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह।